ਹੈਲੋ ਵਿਊਅਰਸ, ਖੁਸ਼ ਆਮਦੀਦ, ਸਤਿ ਸ੍ਰੀ ਅਕਾਲ, ਜੈ ਹਿੰਦ। ਵਿਊਅਰਸ, ਅਸੀਂ ਪਹਿਲੇ ਪਾਰਟ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਹੁਣ ਵੈਸਟ ਪਾਕਿਸਤਾਨ ਦਾ ਰੀਜਨ ਆ ਉਹਦੇ ਬੈਕਗਰਾਉਂਡ, ਜੀਓਗ੍ਰਾਫੀਕਲ ਇੰਪਲੀਕੇਸ਼ਨਸ ਤੇ ਹੋਰ ਕਈ ਰੀਜ਼ਨ ਅਸੀਂ ਉਸ ਪਾਰਟ ਦੇ ਵਿੱਚ ਕਵਰ ਕਰੇ। ਹੁਣ ਅਸੀਂ ਪਾਰਟ 2 ਬਣਾ ਰਹੇ ਹਾਂ, ਜਿਹਦਾ ਕਿ ਡਿਸਕ੍ਰਿਪਸ਼ਨ ਦਾ ਲਿੰਕ ਆ ਜਿਹੜਾ ਅਸੀਂ ਪਾਰਟ 1 ਦੇ ਵਿੱਚ ਛੱਡਾਂਗੇ। ਤੁਸੀਂ ਉਸ ਤੋਂ ਕੰਟੀਨਿਊ ਕਰ ਸਕਦੇ ਹੋ। ਹੁਣ ਅਸੀਂ ਇਸ ਲੈਵਲ ਤੇ ਆਉਂਦੇ ਆ ਕਿ ਬਾਕੀ ਪਾਕਿਸਤਾਨ ਕਿਵੇਂ ਬਣਿਆ, ਕੀ ਕਾਰਨ ਸੀ, ਉਹ ਕਵਰ ਕਰਤਾ। ਤੇ ਜਦੋਂ ਬ੍ਰਿਟਿਸ਼ਰਸ ਨੂੰ ਇਹ ਪਤਾ ਲੱਗਿਆ ਕਿ ਇਹ ਕੰਟਰੀ ਨੂੰ ਹੁਣ ਸਾਨੂੰ ਛੱਡਣਾ ਹੀ ਪੈਣਾ, ਤੇ ਉਹਨਾਂ ਨੇ ਪਾਰਟੀਸ਼ਨ ਦਾ ਮਨ ਬਣਾ ਲਿਆ। ਤੇ ਇਹਦੇ ਵਿੱਚ ਕਿਸੇ ਹੱਦ ਤੱਕ ਫੋਰਸੀਬਲੀ ਕਾਂਗਰਸ ਵੀ ਸਹਿਮਤੀ ਦੇਤੀ। ਉਹਨਾਂ ਨੇ ਇੱਕ ਇੰਗਲੈਂਡ ਤੋਂ ਬੈਰਿਸਟਰ ਦੇ ਥੱਲੇ ਕਮੇਟੀ ਬਣਾਈ ਜਿਨ੍ਹਾਂ ਦਾ ਨਾਮ ਰੈੱਡ ਕਲਿਫ ਸੀ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝੂੰਗਾ ਕਿ ਉਹਨਾਂ ਦੇ ਲਈ ਕਿੰਨਾ ਔਖਾ ਹੋਊਗਾ ਇਸ ਦੇਸ਼ ਦਾ ਪਾਰਟੀਸ਼ਨ, ਐਡੇ ਬੜੇ ਮੁਲਕ ਦਾ ਪਾਰਟੀਸ਼ਨ ਕਰਨਾ, ਜਿਨ੍ਹਾਂ ਨੇ ਕਦੀ ਪਹਿਲਾਂ ਹਿੰਦੁਸਤਾਨ ਦੇ ਵਿੱਚ ਕੋਈ ਜੌਬ ਨਹੀਂ ਸੀ ਕਰੀ। ਤੇ ਉਹਨਾਂ ਨੂੰ ਸਿਰਫ 15 ਦਿਨ ਦਾ ਟਾਈਮ ਦਿੱਤਾ ਗਿਆ ਤੇ 3 ਕੰਡੀਸ਼ਨਾਂ ਦਿੱਤੀਆਂ ਗਈਆਂ ਜਿਹੜੀਆਂ ਕਿ ਜਿਹਦੇ ਬੇਸ ਤੇ ਉਹਨਾਂ ਨੇ ਪਾਰਟੀਸ਼ਨ ਕਰਨਾ ਸੀ, ਤੇ ਪਾਰਟੀਸ਼ਨ ਕਰਿਆ। ਪਹਿਲੀ ਕੰਡੀਸ਼ਨ, ਮੁਸਲਿਮ ਨੂੰ ਪਾਕਿਸਤਾਨ ਬਣਾਇਆ ਜਾਊ। ਤੇ ਦੂਸਰੀ ਕੰਡੀਸ਼ਨ ਕਿ ਬੰਗਾਲ ਤੇ ਪੰਜਾਬ ਨੂੰ ਜਿਹੜੇ ਇਹਨਾਂ ਦੇ ਜ਼ਿਲ੍ਹੇ ਜਾਂ ਤਹਿਸੀਲ ਲੈਵਲ ਮੁਸਲਿਮ ਮੈਜੋਰਟੀ ਨੂੰ ਪਾਕਿਸਤਾਨ 'ਚ ਸ਼ਾਮਿਲ ਕਰਿਆ ਜਾਊ ਤੇ ਹਿੰਦੂ ਮੈਜੋਰਟੀ ਨੂੰ ਇੰਡੀਆ ਸ਼ਾਮਿਲ ਕਰਿਆ ਜਾਊ। ਤੇ ਤੀਸਰੀ ਕੰਡੀਸ਼ਨ ਜਿਹੜੀ ਉਹਨਾਂ ਨੇ ਉਹਨੂੰ ਦਿੱਤੀ, ਉਹ ਸੀ ਅਦਰ ਰੀਜ਼ਨ ਆਪਾਂ ਆਪਣੀ ਐਕਸਪੈਕਟੇਸ਼ਨ ਤੇ ਦੇਖ ਸਕਦੇ ਹਾਂ। ਮੇਰੇ ਆਪਣੇ ਵਿਚਾਰ ਦੇ ਵਿੱਚ ਸੀ, ਜਿਵੇਂ ਸਿੱਖ ਸੀਗੇ ਉਹ ਵਰਟੀਕਲੀ 2 ਹਿੱਸਿਆਂ 'ਚ ਡਿਵਾਈਡ ਹੋਏ। ਉਹਨਾਂ ਦੀਆਂ ਪ੍ਰਾਪਰਟੀਆਂ ਔਰ ਉਹਨਾਂ ਦੇ ਗੁਰੂ ਧਾਮ ਬਹੁਤ ਸਾਰੇ ਵੈਸਟ ਪਾਕਿਸਤਾਨ ਦੇ ਵਿੱਚ ਰਹਿ ਗਏ। ਤੇ ਹੋਰ ਵੀ ਕਈ ਰੀਜ਼ਨ ਸੀ, ਜਿਵੇਂ ਦਰਿਆ ਦਾ ਪਾਣੀਆਂ ਦਾ ਫਲੋ ਸੀ ਤੇ ਨਹਿਰਾਂ ਦਾ ਫਲੋ ਸੀ, ਜਾਂ ਇਕਨੋਮਿਕਲ ਤੇ ਹੋਰ ਕਈ ਰੀਜ਼ਨ ਸੀ। ਉਹ ਸਾਰੇ ਉਹਨਾਂ ਨੇ ਅਦਰ ਰੀਜ਼ਨ ਦੇ ਵਿੱਚ ਉਹਨਾਂ ਨੂੰ ਦੱਸੇ। ਬਿਲਕੁਲ। ਤੇ ਇਸ ਜਿਹੜਾ ਹੈ ਪਾਰਟੀਸ਼ਨ ਹੋਈ, ਇਸ ਦੇ ਨਾਲ ਜਿਹੜਾ ਕਈ ਸੇਲੀਐਂਟ ਚੀਜ਼ਾਂ, ਕਈ ਬਹੁਤ ਹੀ ਅਨੋਖੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ ਇਸ ਆਜ਼ਾਦੀ ਦੇ ਦੌਰਾਨ। ਜਿਹੜਾ ਹੈ ਪਹਿਲਾ ਤਾਂ ਜਿਹੜਾ ਸੀਗਾ ਬਈ ਇਹ ਇੱਕ ਕੰਟਰੀ ਬਣਿਆ ਜਿਹਨੂੰ ਕਿ ਈਸਟ ਪਾਕਿਸਤਾਨ ਤੇ ਪਾਕਿਸਤਾਨ, ਜਿਸ ਵਿੱਚ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਸੀਗਾ। ਤੇ ਇਹ ਕੰਟਰੀ ਨੂੰ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈ 1200 ਮੀਲ ਇੱਕ ਦੂਜਾ ਕੰਟਰੀ ਜੋ ਕਿ ਇੰਡੀਆ ਸੀਗਾ, ਇਹ ਜਿਹਾ ਅੱਜ ਤੱਕ ਜਿਹੜਾ ਹੈ ਕਿਤੇ ਵੀ ਨਹੀਂ ਹੋਇਆ, ਨਾ ਅੱਜ ਤੱਕ ਬਣਿਆ ਹੈ, ਨਾ ਪਤਾ ਨਹੀਂ ਅੱਗੇ ਬਣੂਗਾ ਕਿ ਨਹੀਂ, ਉਹਦੇ ਉੱਤੇ ਤਾਂ ਨਹੀਂ ਮੈਂ ਕਹਿ ਸਕਦਾ, ਪਰ ਇਹ ਬਹੁਤ ਹੀ ਯੂਨੀਕ ਕੰਟਰੀ ਸੀਗਾ। ਤੇ ਦੂਜੀ ਚੀਜ਼ ਜਿਹੜੀ ਸੀਗੀ ਵੀ ਜਿਵੇਂ ਕਿ ਕਿਹਾ ਵੀ ਜਦ ਪੰਜਾਬ ਤੇ ਬੰਗਾਲ ਦਾ ਜਦ ਪਾਰਟੀਸ਼ਨ ਕਰਨ ਲੱਗ ਗਏ, ਉਸ ਦੇ ਵਿੱਚ ਜਿਹੜਾ ਹੈਗਾ ਲਾਸਟ ਮਾਈਲ ਤੱਕ, ਯਾਨੀ ਹਰ ਤਹਿਸੀਲ ਤੱਕ ਜਾ ਕੇ ਜਿਹੜਾ ਪਾਰਟੀਸ਼ਨ ਕਰਨਾ ਸੀਗਾ। ਇਸ ਦੇ ਵਿੱਚ ਬਹੁਤ ਸਾਰੇ ਚੈਲੰਜਸ ਸੀਗੇ, ਜਿਵੇਂ ਕਿ ਸਿੱਖਸ ਜੋ ਕਿ ਇੱਕ ਸਿਗਨੀਫਿਕੈਂਟ ਪੋਪੂਲੇਸ਼ਨ ਬਣਾਉਂਦੇ ਸੀਗੇ, ਤਕਰੀਬਨ 10% ਦੇ ਆਸ-ਪਾਸ ਜਿਹੜਾ ਉਹ ਪੰਜਾਬ ਦੀ ਪੋਪੂਲੇਸ਼ਨ ਸੀਗੀ, ਜੋ ਕਿ ਬਹੁਤ ਵੱਡਾ ਨੰਬਰ ਹੁੰਦਾ। ਪਰ ਸਿਰਫ 2 ਤਹਿਸੀਲਾਂ ਨੂੰ ਛੱਡ ਕੇ ਸਿੱਖ ਕਿਤੇ ਵੀ ਮੈਜੋਰਿਟੀ ਦੇ ਵਿੱਚ ਨਹੀਂ ਸੀਗੇ। ਤੇ ਇਸ ਤਰ੍ਹਾਂ ਦੇ ਬੜੇ ਅਨੋਖੇ ਚੈਲੰਜਸ ਜਿਹੜਾ ਹੈ ਇਸ ਦੇ ਵਿੱਚ ਆਏ। ਸਭ ਤੋਂ ਵੱਡਾ ਹੈਗਾ ਵੀ ਗੁਰਦਾਸਪੁਰ ਡਿਸਟ੍ਰਿਕਟ, ਜੋ ਕਿ ਓਰੀਜਨਲ ਪਲਾਨ ਦੇ ਮੁਤਾਬਿਕ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਜਾਣਾ ਚਾਹੀਦਾ ਸੀਗਾ, ਇੱਕ ਪਠਾਨਕੋਟ ਤਹਿਸੀਲ ਨੂੰ ਛੱਡ ਕੇ। ਪਰ ਫਿਰ ਫਾਈਨਲੀ ਜਿਹੜਾ ਹੈ ਰਾਵੀ ਦਰਿਆ ਨੂੰ ਜਦ ਬਾਰਡਰ ਬਣਾਇਆ ਗਿਆ ਉਹ ਅਦਰ ਰੀਜ਼ਨਸ ਕਰਕੇ, ਤੇ ਇਹ ਗੁਰਦਾਸਪੁਰ ਡਿਸਟ੍ਰਿਕਟ ਜੋ ਕਿ ਇੱਕ ਮੈਜੋਰਿਟੀ ਮੁਸਲਿਮ ਮੈਜੋਰਿਟੀ ਡਿਸਟ੍ਰਿਕਟ ਸੀ, ਉਹ ਇੰਡੀਆ ਵੱਲ ਆ ਗਿਆ। ਇਸ ਦੇ ਕਾਰਨ ਜਿਹੜਾ ਹੈਗਾ ਇਸ ਦਾ ਹਿਸਟੋਰੀਕਲੀ ਅੱਗੇ ਜਾ ਕੇ ਇੱਕ ਹੋਰ ਰੋਲ ਨਿਕਲ ਕੇ ਆਉਂਦਾ ਵੀ ਇੰਡੀਆ ਦਾ ਜਿਹੜਾ ਕਸ਼ਮੀਰ ਦਾ ਰਸਤਾ ਸੀਗਾ ਉਹ ਸਿਰਫ ਗੁਰਦਾਸਪੁਰ ਦੇ ਥਰੂ ਨਿਕਲਦਾ ਸੀ, ਤੇ ਉਸ ਕਾਰਨ ਚ ਵੀ ਇਹ ਕਿਤੇ ਨਾ ਕਿਤੇ ਕ੍ਰਿਟੀਕਲ ਆ ਗਿਆ। ਤੇ ਹੁਣ ਇਹ ਬ੍ਰਿਟਿਸ਼ ਦੀ ਸੋਚੀ ਸਮਝੀ ਸਾਜ਼ਿਸ਼ ਸੀਗੀ ਕਿ ਇੱਕ ਮੈਪ ਬਣਾਉਂਦੇ ਵਕਤ ਓਵਰਸਾਈਟ ਸੀ, ਤੇ ਇਸ ਦੇ ਉੱਤੇ ਤਾਂ ਗੇਮ ਇਜ਼ ਓਪਨ, ਐਨੀਬਡੀ ਕੈਨ ਇੰਟਰਪ੍ਰੇਟ ਜਿਵੇਂ ਵੀ ਉਹ ਕਰਨਾ ਚਾਹੁੰਦਾ ਹੈ। ਤੇ ਇਹੀ ਰਾਵੀ ਦਰਿਆ ਨੂੰ ਬਾਰਡਰ ਬਣਾਉਂਦੇ ਹੋਏ ਇੱਕ ਤਹਿਸੀਲ ਜਿਹੜੀ ਸੀ ਗੁਰਦਾਸਪੁਰ ਦੀ ਉਹ ਪਾਕਿਸਤਾਨ ਦੇ ਵਿੱਚ ਗਈ, ਇੱਕ ਤਹਿਸੀਲ ਜਿਹੜੀ ਸੀ ਲਾਹੌਰ ਦੀ ਉਹ ਇੰਡੀਆ ਦੇ ਵਿੱਚ ਆ ਗਈ। ਇਹੀ ਨਹੀਂ ਸੀਗਾ, ਇੱਕ
ਈਸਟ ਪਾਕਿਸਤਾਨ ਦੇ ਵਿੱਚ ਚਿਟਾਗੋਂਗ ਹਿਲ ਟਰੈਕ ਸੀਗਾ। ਚਿਟਾਗੋਂਗ ਹਿਲ ਟਰੈਕ ਜਿਹੜਾ ਸੀ ਉਹ 98% ਨਾਨ ਮੁਸਲਿਮ ਏਰੀਆ ਸੀਗਾ, ਪਰ ਉਹ ਜਿਹੜਾ ਹੈ ਉਹ ਈਸਟ ਪਾਕਿਸਤਾਨ ਨੂੰ ਦਿੱਤਾ ਗਿਆ, ਹਾਲਾਂਕਿ ਉਹਦਾ ਬਣਦਾ ਸੀ ਜਿਹੜਾ ਵੈਸਟ ਪਾਕਿਸਤਾਨ ਉਹ ਇੰਡੀਆ ਨੂੰ ਆਣਾ। ਉਸ ਦਾ ਕਾਰਨ ਜੋ ਦਿੱਤਾ ਗਿਆ ਵੀ ਈਸਟ ਪਾਕਿਸਤਾਨ ਇੱਕਦਮ ਪਲੇਨ ਇਲਾਕਾ ਹੈ ਤੇ ਇਸ ਦੇ ਵਿੱਚ ਕੋਈ ਜਿਹੜਾ ਹੈ ਹਾਈਡਰੋ ਪਾਵਰ ਦਾ ਕੋਈ ਇਹ ਪੋਟੈਂਸ਼ੀਅਲ ਨਹੀਂ ਹੈ, ਤੇ ਚਿਟਾਗੋਂਗ ਹਿਲ ਟਰੈਕਟਸ ਤੋਂ ਹੀ ਹੋ ਸਕਦਾ ਹੈ। ਹੁਣ ਇਹ ਰੀਜ਼ਨ ਕਿੰਨਾ ਸੋਲਿਡ ਹੈ, ਕਿੰਨਾ ਹੈ, ਉਹ ਤੁਹਾਡੇ ਸੋਚ ਦੇ ਉੱਤੇ ਹੈ, ਬਿਕੋਜ਼ ਇਸ ਚਿਟਾਗੋਂਗ ਹਿਲ ਟਰੈਕਟ ਆਉਣ ਦੇ ਨਾਲ ਨਾਰਥ ਈਸਟ ਜਿਹੜਾ ਇੰਡੀਆ ਦਾ ਪਾਰਟ ਹੈ ਉਹ ਸਮੁੰਦਰ ਦੇ ਹੋਰ ਨੇੜੇ ਆ ਸਕਦਾ ਸੀ ਤੇ ਆਰਾਮ ਨਾਲ ਸਮੁੰਦਰ ਵੱਲ ਜਾ ਸਕਦਾ ਸੀ, ਤੇ ਉਹ ਸਮੁੰਦਰ ਦਾ ਰਾਹ ਵੀ ਬਲੌਕ ਕਰ ਦਿੱਤਾ ਗਿਆ। ਪਾਰਟੀਸ਼ਨ ਦੇ ਦੌਰਾਨ ਇੱਕ ਹੋਰ ਬੜਾ ਚੈਲੰਜਸ ਸੀਗਾ ਜਿਹੜਾ ਕੀ ਹੈ ਪ੍ਰਿੰਸਲੀ ਸਟੇਟਸ ਦਾ। ਪ੍ਰਿੰਸਲੀ ਸਟੇਟਸ ਦਾ ਇੰਟੀਗ੍ਰੇਸ਼ਨ ਦੇ ਸਵਾਲ ਦੇ ਉੱਤੇ ਬ੍ਰਿਟਿਸ਼ਰਸ ਨੇ ਕੁਝ ਨਹੀਂ ਇਸ ਦੇ ਉੱਤੇ ਕੀਤਾ, ਤੇ ਹੁਣ ਫਿਰ ਇੰਡੀਆ ਦੀ ਰਿਆਸਤ ਦੇ ਉੱਤੇ ਖਾਸ ਕਰ ਜਿਹੜਾ ਆ ਗਿਆ, ਤੇ ਉਸ ਦੇ ਵਿੱਚ ਜਿਹੜਾ 5-6 ਸਟੇਟਸ ਐ ਜੀਆਂ ਸੀ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੂੰਗਾ, ਤੇ ਇੱਕ ਇੱਕ ਕਰਕੇ ਮੈਂ ਇੱਕ ਚੱਕਦਾ ਹਾਂ। ਸਭ ਤੋਂ ਪਹਿਲਾਂ ਸੀ ਟ੍ਰਾਵਨਕੋਰ, ਜੋ ਕਿ ਅੱਜ ਦੇ ਕੇਰਲਾ ਸਟੇਟ ਦੇ ਵਿੱਚ ਹੈਗੀ। ਟ੍ਰਾਵਨਕੋਰ ਜਿਹੜਾ ਹੈ ਉਸਦੇ ਜਿਹੜਾ ਰੂਲਰ ਸੀਗਾ ਉਹ ਚਾਹੁੰਦਾ ਸੀ ਵੀ ਇੰਡੀਪੈਂਡੈਂਟ ਕੰਟਰੀ ਬਣਾਇਆ ਜਾਵੇ। ਬ੍ਰਿਟਿਸ਼ਰਸ ਵੀ ਇਸ ਆਈਡੀਆ ਨੂੰ ਬਹੁਤ ਸਪੋਰਟ ਕਰਦੇ ਸੀ। ਇੱਕ ਆਰਾਮ ਨਾਲ ਇੰਡੀਪੈਂਡੈਂਟ ਕੰਟਰੀ ਬਣ ਸਕਦਾ ਸੀ, ਸਮੁੰਦਰ ਨਾਲ ਲੱਗਦਾ ਸੀ। ਬ੍ਰਿਟਿਸ਼ਰਸ ਦਾ ਜਿਹੜਾ ਇੰਟਰਸਟ ਸੀਗਾ ਉਹ ਸੀਗਾ ਇੱਥੇ ਮੋਨਾਜ਼ਾਈਟ ਸੈਂਡ, ਜੋ ਕਿ ਇੱਕ ਰੇਡੀਓ ਐਕਟਿਵ ਮਟੀਰੀਅਲ ਹੁੰਦਾ ਹੈ ਜਿਸ ਦੀ ਬਹੁਤ ਸਾਰੀ ਡਿਮਾਂਡ ਸੀਗੀ, ਪਰ ਅਲਟੀਮੇਟਲੀ ਲੋਕਲ ਪੋਪੂਲੇਸ਼ਨ ਦੇ ਪ੍ਰੈਸ਼ਰ ਆ ਕੇ ਜਿਹੜਾ ਹੈ ਜਾਂ ਦੀਵਾਨ ਦੇ ਉੱਤੇ ਵੀ ਅਟੈਕ ਹੋਇਆ, ਤੇ ਟ੍ਰਾਵਨਕੋਰ ਨੂੰ ਫਾਈਨਲੀ ਲੋਕਲ ਪੋਪੂਲੇਸ਼ਨ ਦੀ ਜਿਹੜੀ ਫੀਲਿੰਗ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਇੰਡੀਆ ਦੇ ਵਿੱਚ ਮਰਜ ਹੋਏ। ਦੂਜਾ ਜਿਹੜਾ ਸਭ ਤੋਂ ਜੋ ਕਹਿੰਦੇ ਅਲਸਰ ਇਨ ਇੰਡੀਆਜ਼ ਬਾਡੀ ਜਿਸ ਨੂੰ ਕਿਹਾ ਜਾਂਦਾ ਹੈ ਉਹ ਸੀਗੀ ਹੈਦਰਾਬਾਦ ਸਟੇਟ। ਹੈਦਰਾਬਾਦ ਸਟੇਟ ਜਿਹੜਾ ਹੈ ਉਹੀ ਮੁਸਲਿਮ ਪ੍ਰਾਈਡ ਜਿਹੜੀ ਅਸੀਂ ਗੱਲ ਕਰ ਚੁੱਕੇ ਹਾਂ ਵੀ ਅਸੀਂ ਤਾਂ ਰੂਲਰ ਹੈ, ਅਸੀਂ ਕਿਵੇਂ ਮਰਜ ਹੋ ਸਕਦੇ ਹਾਂ, ਉਹੀ ਜਿਹੜਾ ਹੈ ਉੱਥੇ ਦੇ ਨਵਾਬ ਦੀ ਫੀਲਿੰਗ ਸੀਗੀ, ਤੇ ਕਾਫੀ ਟਾਈਮ ਤੱਕ ਰੈਜ਼ਿਸਟ ਕਰਦਾ ਰਿਹਾ। ਇਸ ਦੇ ਵਿੱਚ ਪਾਕਿਸਤਾਨ ਨੇ ਵੀ ਬਹੁਤ ਹੀ ਇੱਕ ਨੈਗੇਟਿਵ ਰੋਲ ਪਲੇ ਕੀਤਾ, ਜਿਸਨੇ ਕਿ ਨਵਾਬ ਨੂੰ ਬਹੁਤ ਫਾਈਨੈਂਸ਼ੀਅਲ ਤੇ ਬਹੁਤ ਤਰੀਕੇ ਦਾ ਸਪੋਰਟ ਦਿੱਤਾ ਗਿਆ ਜਿਹੜਾ ਹੈ, ਤੇ ਨਵਾਬ ਨੇ ਜਿਹੜਾ ਲੋਕਲ ਹਿੰਦੂ ਪੋਪੂਲੇਸ਼ਨ ਦੇ ਉੱਤੇ ਬਹੁਤ ਜ਼ੁਲਮ ਵੀ ਕੀਤੇ। ਉਹ ਰਜ਼ਾਕਾਰਜ਼ ਹੁੰਦੇ ਸੀਗੇ, ਉਸੇ ਦੇ ਹੀ ਅੱਜ ਰਜ਼ਾਕਾਰਜ਼ ਦੀ ਪਾਰਟੀ ਦਾ ਹੀ ਜਿਹੜਾ ਅੱਜ ਅੱਗੇ ਦਾ ਲੀਡਰ ਹੈ, ਉਹਨਾਂ ਦਾ ਹੀ ਪੂਰਵਜਾਂ ਦਾ ਲੀਡਰ ਹੈ ਉਹ ਓਵੈਸੀ ਹੈ, ਜੋ MIM ਉਹੀ ਪਾਰਟੀ ਹੈ। ਹੁਣ ਉਹ ਹਿਸਟਰੀ ਕਿਸ ਤਰ੍ਹਾਂ ਨਾਲ ਹੁੰਦੀ ਹੈ। ਫਾਈਨਲੀ ਜਦ ਇਹ ਬਹੁਤ ਹੀ ਚੀਜ਼ ਵੱਧ ਗਈ ਤੇ ਇੰਡੀਆ ਨੇ ਫਿਰ ਜਿਹੜਾ 1948 ਦੇ ਵਿੱਚ ਆਪਰੇਸ਼ਨ ਪੋਲੋ ਕਰਕੇ ਪੂਰੀ ਹੈਦਰਾਬਾਦ ਰਿਆਸਤ ਨੂੰ ਜਿਹੜਾ ਹੈ ਕੈਪਚਰ ਕੀਤਾ। ਇੱਕ ਹੋਰ ਇਸੇ ਤਰ੍ਹਾਂ ਦੇ ਲੀਡਰ ਸੀਗੇ, ਉਹ ਸੀਗੇ ਨਵਾਬ ਭੋਪਾਲ ਦੇ। ਨਵਾਬ ਭੋਪਾਲ ਦੇ ਉਹ ਜਿਨ੍ਹਾਂ ਦੇ ਬਹੁਤ ਕਲੋਜ਼ ਸੀਗੇ, ਉਹ ਵੀ ਆਪਣੇ ਆਪ ਨੂੰ ਇੰਡੀਪੈਂਡੈਂਟ ਕੰਟਰੀ ਬਣਾਉਣਾ ਚਾਹੁੰਦੇ ਸੀ, ਪਰ ਉਹ ਅਲਟੀਮੇਟਲੀ ਉਹ ਹੈਦਰਾਬਾਦ ਦੇ ਨਵਾਬ ਤੋਂ ਜ਼ਿਆਦਾ ਸਮਝਦਾਰ ਨਿਕਲੇ, ਤੇ ਉਹਨਾਂ ਨੇ ਅਲਟੀਮੇਟ ਦੇਖਿਆ ਵੀ ਜਿਵੇਂ ਜਿਵੇਂ ਪ੍ਰਿੰਸਸ ਮਰਜ ਹੁੰਦੇ ਗਏ ਤੇ ਕੀ ਆਸ-ਪਾਸ ਹੁੰਦਾ ਰਿਹਾ, ਲੋਕਲ ਪੋਪੂਲੇਸ਼ਨ ਦਾ ਕੀ ਸੀਗਾ। ਉਹ ਇਨੀਸ਼ੀਅਲ ਰੈਜ਼ਿਸਟੈਂਸ ਤੋਂ ਬਾਅਦ ਉਹਨਾਂ ਨੇ ਪਟੇਲ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਮਰਜ ਕਰ ਲਿਆ। ਦੈਨ ਅਨਦਰ ਇੰਟਰਸਟਿੰਗ ਕੇਸ ਵਿਚ ਇਜ਼ ਜੂਨਾਗੜ੍ਹ। ਜੂਨਾਗੜ੍ਹ ਉਹ ਏਰੀਆ ਹੈ ਜਿੱਥੇ ਦੇ ਮਹਾਤਮਾ ਗਾਂਧੀ ਬਿਲੋਂਗ ਕਰਦੇ ਹੈ, ਤੇ ਜੂਨਾਗੜ੍ਹ ਦੇ ਜਿਹੜਾ ਨਵਾਬ ਸੀਗੇ ਬਹੁਤ ਸ਼ੌਕੀਨ ਆਦਮੀ ਸੀਗੇ, ਕੁੱਤਿਆਂ ਦਾ ਬਹੁਤ ਸ਼ੌਕ ਸੀਗਾ। ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਪਾਕਿਸਤਾਨ ਨਾਲ ਮਰਜ ਕਰਤਾ। ਕੋਈ ਬਾਰਡਰ ਨਹੀਂ ਲੱਗਦਾ ਸੀ ਪਾਕਿਸਤਾਨ ਦੇ ਨਾਲ, ਤੇ ਫਿਰ ਵੀ ਜਿਹੜਾ ਹੈਗਾ ਉਹਨਾਂ ਨੇ ਆਪਣੇ ਆਪ ਨੂੰ ਮਰਜ ਕਰ ਦਿੱਤਾ। ਇਸ ਦੇ ਕਾਰਨ ਨਾਲ ਜਿਹੜੀ ਲੋਕਲ ਪੋਪੂਲੇਸ਼ਨ ਸੀ ਉਸ ਦੇ ਵਿੱਚ ਇੱਕ ਸਿਵੀਅਰ ਰਿਬੈਲੀਅਨ ਆ ਗਿਆ, ਜਿਸ ਦੇ ਵਿੱਚ ਇੰਡੀਆ ਨੇ ਵੀ ਆਬਵੀਅਸਲੀ ਸਪੋਰਟ ਕੀਤਾ ਸੀਗਾ ਜਿਹੜਾ ਹੈਗਾ ਰਿਬੈਲੀਅਨ ਦੇ ਵਿੱਚ, ਤੇ ਉਸ ਦੇ ਕਾਰਨ ਜਿਹੜਾ ਨਵਾਬ ਨੂੰ ਉੱਥੋਂ ਭੱਜਣਾ ਪਿਆ। ਤੇ ਬਾਅਦ ਵਿੱਚ ਜਿਹੜਾ ਪਲੇਬਿਸਾਈਟ ਹੋਇਆ, ਤੇ ਉਹ ਪਲੇਬਿਸਾਈਟ ਦੇ ਵਿੱਚ ਆਲਮੋਸਟ 99% ਜਿਹੜਾ ਹੈ ਲੋਕਾਂ ਨੇ ਇੰਡੀਆ ਦੇ ਨਾਲ ਜਿਹੜਾ ਮਰਜ ਹੋਣ ਦਾ ਜਿਹੜਾ ਹੈ ਆਪਣਾ ਅਪਰੂਵਲ ਦੇਤਾ। ਇਹ ਚੀਜ਼ ਨੋਟ ਕੀਤੀ ਜਾਵੇ ਵੀ ਜੂਨਾਗੜ੍ਹ ਪਾਕਿਸਤਾਨ ਆਪਣੇ ਕਈ ਆਫੀਸ਼ੀਅਲ ਮੈਪਸ ਦੇ ਵਿੱਚ ਅੱਜ ਵੀ ਆਪਣਾ ਪਾਰਟ ਦਿਖਾਉਂਦਾ ਹੈ। ਜਦ ਇੰਡੀਆ ਨੇ ਆਰਟੀਕਲ 370 ਨੂੰ ਖਤਮ ਕੀਤਾ ਤੇ ਕਸ਼ਮੀਰ ਨੂੰ ਪੂਰਾ ਇੰਟੀਗ੍ਰੇਟ ਕੀਤਾ ਆਪਣੇ ਦੇ ਨਾਲ, ਤਾਂ ਉਦੋਂ ਪਾਕਿਸਤਾਨ ਨੇ ਇੱਕ ਮੈਪ ਕੱਢਿਆ ਸੀ। ਉਸ ਮੈਪ ਦੇ ਵਿੱਚ ਪੂਰਾ ਜੰਮੂ ਕਸ਼ਮੀਰ ਉਹਨਾਂ ਨੇ ਆਪਣੇ ਨਾਲ ਦਿਖਾਇਆ ਐਕਸੈਪਟ ਫॉर ਚਾਈਨੀਜ਼ ਕੰਟਰੋਲਡ ਏਰੀਆ, ਤੇ ਥੱਲੇ ਜੂਨਾਗੜ੍ਹ ਨੂੰ ਵੀ ਜਿਹੜਾ ਹੈਗਾ ਪਾਕਿਸਤਾਨ ਦਾ
ਉਹਨਾਂ ਨੇ ਪਾਰਟ ਦਿਖਾਇਆ ਹੈ। ਤੇ ਇਹ ਜੂਨਾਗੜ੍ਹ ਦਾ ਹਿਸਟਰੀ ਸੀ। ਫਿਰ ਕਈ ਸਟੇਟ ਸੀਗੀਆਂ ਜਿਵੇਂ ਕਿ ਜੋਧਪੁਰ ਤੇ ਜੈਸਲਮੇਰ, ਉਹਨਾਂ ਦੇ ਜਿਹੜੇ ਰਾਜਾ ਸੀ, ਰਾਣਾ ਜਾਂ ਰਾਜਾ ਜੋ ਵੀ ਕਹੋ ਤੁਸੀਂ, ਉਹ ਕਾਫੀ ਦੇਰ ਤੱਕ ਇਹ ਆਈਡੀਆ ਨੂੰ ਟੋਏ ਕਰਦੇ ਰਹੇ। ਉਹਨਾਂ ਨੂੰ ਸੀ ਵੀ ਅਸੀਂ ਇੰਡੀਆ 'ਚ ਮਰਜ ਹੋਵਾਂਗੇ ਤੇ ਸਾਨੂੰ ਆਪਣੀ ਪਾਵਰਸ ਦੇਣੀਆਂ ਪੈਣਗੀਆਂ, ਤੇ ਉਹ ਕਾਫੀ ਦੇਰ ਤੱਕ ਇਹ ਆਈਡੀਆ ਦੇ ਉੱਤੇ ਟਾਕ ਕਰਦੇ ਰਹੇ ਵੀ ਉਹ ਮੁਸਲਿਮ ਲੀਗ ਨੂੰ ਵੀ ਮਿਲੇ, ਜਿਨ੍ਹਾਂ ਨੂੰ ਵੀ ਮਿਲੇ। ਇੱਥੇ ਤੱਕ ਵੀ ਕਿਹਾ ਜਾਂਦਾ ਹੈ ਵੀ ਜਿਨ੍ਹਾਂ ਨੇ ਉਹਨਾਂ ਦੇ ਸਾਹਮਣੇ ਬਲੈਂਕ ਪੇਪਰ ਰੱਖ ਦਿੱਤਾ ਤੇ ਬੋਲਿਆ ਤੁਸੀਂ ਆਪਣੀ ਟਰਮਸ ਲਿਖੋ ਤੇ ਸਾਡੇ ਨਾਲ ਮਰਜ ਹੋ ਜਾਓ। ਅਲਟੀਮੇਟਲੀ ਲੇਕਿਨ ਕਿਉਂਕਿ ਇੰਡੀਅਨ ਕਾਂਗਰਸ ਦੀ ਜਿਹੜੀ ਮੂਵਮੈਂਟ ਸੀ ਉਹ ਇੱਕ ਬਹੁਤ ਪਪੂਲਰ ਮੂਵਮੈਂਟ ਸੀ ਤੇ ਇੰਡੀਆ ਦੀ ਆਈਡੀਆ ਦੇ ਨਾਲ ਬਹੁਤ ਲੋਕ ਰੈਜ਼ੋਨੇਟ ਕਰਦੇ ਸੀ। ਇਹਨਾਂ ਦੋਨਾਂ ਰਾਜਿਆਂ ਨੂੰ ਵੀ ਲੋਕਲ ਪੋਪੂਲੇਸ਼ਨ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਮਰਜ ਫਾਈਨਲੀ ਹੋਣਾ ਪਿਆ। ਸਿਕਸ ਨੂੰ ਵੀ ਬਲੈਂਕ ਪੇਪਰ ਦਾ ਆਫਰ ਜਿਹੜਾ ਸੀ ਉਹ ਜਿਨ੍ਹਾਂ ਨੇ ਕੀਤਾ ਸੀ। ਤੇ ਪਰ ਜਿਹੜਾ ਹੈ ਜਿਵੇਂ ਕਿ ਅਸੀਂ ਗੱਲ ਕਰ ਚੁੱਕੇ ਹਾਂ ਥੋੜੀ ਦੇਰ ਪਹਿਲਾਂ ਪਿਛਲੇ ਪਾਰਟ ਦੇ ਵਿੱਚ ਵੀ ਮਾਸਟਰ ਤਾਰਾ ਸਿੰਘ ਵਗੈਰਾ ਬਹੁਤ ਕਲੀਅਰ ਸੀਗੇ, ਉਹਨਾਂ ਨੇ ਰਾਵਲਪਿੰਡੀ ਦੇ ਰਾਈਟਸ ਦੇਖੇ ਸੀ ਤੇ ਉਹਨਾਂ ਨੇ ਉਸ ਆਫਰਸ ਨੂੰ ਉੱਥੇ ਹੀ ਸਕਟਲ ਕਰ ਦਿੱਤਾ ਤੇ ਅੱਗੇ ਨਹੀਂ ਵਧਾਇਆ। ਤੇ ਲਾਸਟ ਜਿਹੜਾ ਸੀ ਜਿਸ ਦੇ ਉੱਤੇ ਅੱਜ ਤੱਕ ਗੱਲ ਕੀਤੀ ਜਾਂਦੀ ਹੈ, ਜਿਹੜਾ ਸਾਰਿਆਂ ਨੂੰ ਪਤਾ ਹੈ, ਉਹ ਹੈ ਕਸ਼ਮੀਰ। ਕਸ਼ਮੀਰ ਵੀ ਇੰਡੀਪੈਂਡੈਂਟ ਰਹਿਣਾ ਚਾਹੁੰਦਾ ਸੀ। ਕਸ਼ਮੀਰ ਨੇ ਪਾਕਿਸਤਾਨ ਦੇ ਨਾਲ ਸਟੈਂਡ ਸਟਿਲ ਐਗਰੀਮੈਂਟ ਵੀ ਸਾਈਨ ਕਰ ਲਈ ਸੀ ਤਾਂ ਕਿ ਜਿਹੜਾ ਹੈ ਸਟੇਟਸ ਕੋ ਨੂੰ ਮੇਨਟੇਨ ਕਰਦਾ ਰਹੇ। ਪਰ ਪਾਕਿਸਤਾਨ ਨੇ ਜਿਵੇਂ ਕਿ ਉਹਨਾਂ ਨੇ ਕਲਾਤ ਸਟੇਟ ਬਲੂਚਿਸਤਾਨ ਦੇ ਵਿੱਚ ਵੀ ਵਾਇਲੇਟ ਕੀਤਾ ਅੱਗੇ ਜਾ ਕੇ, ਸਿਮਿਲਰਲੀ ਉਹਨਾਂ ਨੇ ਕਸ਼ਮੀਰ ਦੇ ਵਿੱਚ ਵੀ ਵਾਇਲੇਟ ਕੀਤਾ ਤੇ ਉਹਨਾਂ ਨੇ ਜਿਹੜਾ ਆਪਣੀ ਫੋਰਸਸ ਭੇਜ ਕੇ ਉਹ ਸਟੈਂਡ ਸਟਿਲ ਐਗਰੀਮੈਂਟ ਨੂੰ ਬ੍ਰੇਕ ਕਰਦੇ ਹੋਏ ਇਨਵੇਡ ਕਰ ਦਿੱਤਾ ਗਿਆ। ਫਿਰ ਉਸ ਇਨਵੇਜਨ ਤੋਂ ਬਾਅਦ ਜਿਹੜਾ ਹੈਗਾ ਮਹਾਰਾਜਾ ਜਿਹੜਾ ਕਸ਼ਮੀਰ ਹੈ ਜੋ ਕਿ ਹਰੀ ਸਿੰਘ, ਉਹਨਾਂ ਨੇ ਇੰਡੀਆ ਦੇ ਨਾਲ ਐਕਸੈਸ਼ਨ ਐਗਰੀਮੈਂਟ ਜਿਹੜਾ ਹੈ ਸਾਈਨ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਇੰਡੀਅਨ ਫੋਰਸਸ ਆ ਗਈਆਂ ਤੇ ਐਜ਼ ਦੇ ਸੇ ਰੈਸਟ ਇਜ਼ ਹਿਸਟਰੀ ਵੀ ਅੱਜ ਤੱਕ ਜਿੱਥੇ ਤੱਕ ਇੰਡੀਅਨ ਫੋਰਸਸ ਆਈਆਂ ਉਹ ਜਿਹੜਾ ਹੈ ਇੰਡੀਆ ਵਾਲਾ ਕਸ਼ਮੀਰ ਹੈ ਤੇ ਜਿਹੜਾ ਦੂਜੇ ਪਾਸੇ ਹੈ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈਗਾ। ਇਸ ਪੂਰੇ ਐਗਜ਼ਾਮਪਲਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਨ੍ਹਾਂ ਨੇ ਕਈ ਜਗ੍ਹਾ ਤੇ ਟੂ ਨੇਸ਼ਨ ਥਿਓਰੀਜ਼ ਨੂੰ ਵਾਇਲੇਟ ਕੀਤਾ ਪ੍ਰਿੰਸੀਪਲ ਨੂੰ, ਉਹ ਹਿੰਦੂ ਸਟੇਟਸ ਨੂੰ ਆਪਣੇ ਨਾਲ, ਜੂਨਾਗੜ੍ਹ ਨੂੰ ਉਹਨਾਂ ਨੇ ਆਪਣੇ ਨਾਲ ਐਕਸੈਪਟ ਕਰ ਲਿਆ ਉਹਦਾ ਐਕਸੈਸ਼ਨ ਜਿਹੜਾ ਹੈਗਾ, ਜੈਸਲਮੇਰ ਤੇ ਜੋਧਪੁਰ ਨੂੰ ਮਰਜ ਕਰਨ ਦੇ ਲਈ ਉਹ ਪੂਰਾ ਸਪੋਰਟ ਦੇ ਰਹੇ ਸੀਗੇ। ਥੱਲੇ ਜਿਹੜਾ ਹੈਗਾ ਨਵਾਬ ਭੋਪਾਲ ਨੂੰ ਵੀ ਇਨਕਰੇਜ ਕੀਤਾ, ਪਰ ਨਵਾਬ ਭੋਪਾਲ ਸਮਝਦਾਰ ਸੀ। ਨਵਾਬ ਹੈਦਰਾਬਾਦ ਨੂੰ ਉਹ ਕਾਫੀ ਦੇਰ ਤੱਕ ਜਿਹੜਾ ਹੈ ਉਹ ਸਪੋਰਟ ਦਿੰਦੇ ਰਹੇ ਜਦਕਿ ਉਹਨਾਂ ਦਾ ਉੱਥੇ ਕੋਈ ਕੰਮ ਨਹੀਂ ਸੀਗਾ। ਉਹ ਸਿਰਫ ਉਹ ਫਾਲਸ ਮੁਸਲਿਮ ਪ੍ਰਾਈਡ ਨੂੰ ਜਿਹੜਾ ਹੈ ਉਹ ਕਰਨ ਦੇ ਲਈ ਉਸ ਕਾਰਨ ਲਈ ਉਹ ਸਪੋਰਟ ਕਰਦੇ ਰਹੇ, ਵਰਨਾ ਪਾਕਿਸਤਾਨ ਦਾ ਹੈਦਰਾਬਾਦ ਨੂੰ ਸਪੋਰਟ ਦੇਣ ਦਾ ਕੀ ਕਾਰਨ ਸੀਗਾ। ਪਹਿਲਾਂ ਮੈਂ ਬੋਲ ਚੁੱਕਿਆ ਵੀ ਪ੍ਰਿੰਸੀਪਲ ਨੂੰ ਵਾਇਲੇਟ ਕਰਦੇ ਹੋਏ ਕਲਾਤ ਤੇ ਕਸ਼ਮੀਰ ਦੇ ਐਗਰੀਮੈਂਟਸ ਉਹਨਾਂ ਨੇ ਤੋੜੇ। ਤੇ ਇਸ ਲਈ ਕੋਈ ਜਿਵੇਂ ਕਿ ਜਿੱਦਾਂ ਹਮੇਸ਼ਾ ਪੋਲੀਟੀਸ਼ੀਅਨ ਰਹੇ ਆ ਜੋ ਕਿ ਕੋਈ ਆਈਡੀਓਲੋਜੀ ਨਹੀਂ, ਕੋਈ ਪ੍ਰਿੰਸੀਪਲ ਨਹੀਂ, ਬਸ ਜਿਵੇਂ ਪਾਵਰ ਫਲੋ ਕਰਦੀ ਹੈ ਜਿਸ ਦੇ ਨਾਲ ਸਪੋਰਟ ਕਰਨਾ ਹੁੰਦਾ ਉਸ ਤਰ੍ਹਾਂ ਨਾਲ ਆਪਣੇ ਆਪ ਨੂੰ ਉਹ ਮੋਲਡ ਕਰਦੇ ਰਹਿੰਦੇ ਆ। ਇੱਥੇ ਵੀ ਉਹੀ ਚੀਜ਼ ਅਸੀਂ ਦੇਖ ਸਕਦੇ ਹਾਂ ਵੀ ਕੋਈ ਆਈਡੀਓਲੋਜੀ ਨਹੀਂ, ਕੋਈ ਪਾਵਰ ਨਹੀਂ, ਬਸ ਇੱਕ ਜਿਹੜਾ ਹੈ ਵੀ ਜਿੱਥੇ ਏਰੀਆ ਆ ਸਕਦਾ ਹੈ ਜਿਵੇਂ ਢਾਲ ਸਕਦੇ ਆ ਉਸ ਦੇ ਨਾਲ ਜਿਹੜਾ ਉਹ ਚੱਲਦੇ ਰਹੇ। ਵਿਊਅਰਸ, ਹੁਣ ਮੈਂ ਕੁਝ ਇੱਕ ਹੋਰ ਚੀਜ਼ਾਂ ਦੇ ਉੱਤੇ ਕਵਰ ਕਰੂੰਗਾ ਵੀ ਮੈਂ ਬਹੁਤ ਜ਼ਿਆਦਾ ਪਾਕਿਸਤਾਨੀ ਰਾਈਟਰਸ ਜਾਂ ਪਾਕਿਸਤਾਨ ਦੇ ਕਈ ਜਿਹੜੇ ਆਪਦੇ ਵੀਡੀਓਜ਼ ਬਣਾਉਂਦੇ ਨੇ ਉਹਦੇ ਵਿੱਚ ਇੱਕ ਕੁਐਸਚਨ ਉਠਾਉਂਦੇ ਨੇ ਕਿ 47 ਦੇ ਰਾਈਟਸ ਜਿਹੜੇ ਆ ਉਹ ਇੰਡੀਆ ਦੇ ਹਿੰਦੂ ਸਿੱਖਾਂ ਨੇ ਸ਼ੁਰੂ ਕਰੇ ਜਾਂ ਮੁਸਲਮਾਨਾਂ ਨੇ ਸ਼ੁਰੂ ਕਰੇ। ਵਿਊਅਰਸ, ਜੇ ਤੁਸੀਂ ਇਹਦੀਆਂ ਡਿਟੇਲ ਦੇ ਵਿੱਚ ਜਾਓ ਪਿੱਛੇ ਤੱਕ, ਇਹਦੇ 'ਚ ਬਿਲਕੁਲ ਕਲੀਅਰ ਕੱਟ ਤੁਹਾਨੂੰ ਬੈਕਗਰਾਉਂਡ ਦਾ ਅਸਰ ਮਿਲੂਗਾ। ਤਾਂ ਜਿਵੇਂ ਮੈਂ ਕਿਹਾ ਵੀ ਪਾਕਿਸਤਾਨ ਦਾ ਸੋਲ ਆਈਡੀਆ ਮੁਹੰਮਦ ਅਲੀ ਜਿਨਾਹ ਦਾ ਇੱਕ ਆਪਣੀ ਸੈਲਫ ਈਗੋ ਨੂੰ ਸੈਟੀਸਫਾਈ ਕਰਨ ਦੀ ਸੀ। ਕੋਈ ਉਹਨਾਂ ਦੀ ਆਈਡੀਓਲੋਜੀ ਨਹੀਂ ਸੀ, ਕੋਈ ਉਹਨਾਂ ਨੇ ਕਿਸੇ ਕਿਸਮ ਦਾ ਆਜ਼ਾਦੀ ਦਾ ਕੋਈ ਸੰਘਰਸ਼ ਨਹੀਂ ਕਰਿਆ। ਜਦੋਂ ਇਹ ਚੀਜ਼ ਪਾਕਿਸਤਾਨ ਨੂੰ ਮੰਗਦੇ ਸੀ ਉਹਨਾਂ ਨੇ ਬੇਸਿਕਲੀ 3 ਨਾਅਰੇ ਦਿੱਤੇ ਜੋ ਕਿ ਬਾਅਦ ਵਿੱਚ ਜਾ ਕੇ ਹੋਰ ਵੀ ਨਾਅਰੇ ਦਿੱਤੇ, ਲੇਕਿਨ ਬੇਸਿਕ ਉਹਨਾਂ ਦੇ 3 ਨਾਅਰੇ ਸੀ ਜਦੋਂ ਤੋਂ ਇਹ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਾਂ ਬੰਗਾਲ ਦੇ ਵਿੱਚ ਰਾਈਟਸ ਹੋਏ। ਪਹਿਲਾ ਨਾਅਰਾ ਸੀ ਲੈ ਕੇ ਰਹੇਂਗੇ ਪਾਕਿਸਤਾਨ, ਦੂਸਰਾ ਨਾਅਰਾ ਉਹਨਾਂ ਦਾ ਸੀਗਾ ਲੜ ਕੇ ਰਹੇਂਗੇ ਪਾਕਿਸਤਾਨ, ਲੜ ਕੇ ਲੈਂਗੇ ਪਾਕਿਸਤਾਨ, ਤੇ ਤੀਸਰਾ ਉਹਨਾਂ ਦਾ ਨਾਅਰਾ ਸੀਗਾ ਖੂਨ ਸੇ ਲੈਂਗੇ ਪਾਕਿਸਤਾਨ। ਸੋ ਵਿਊਅਰਸ, ਇਹਦੇ ਨਾਲ ਓਬਵੀਅਸਲੀ ਤੁਹਾਨੂੰ ਨਜ਼ਰ ਆਉਂਦਾ
ਕਿ ਹਰ ਕੀਮਤ ਤੇ ਚਾਹੇ ਸਾਨੂੰ ਲੜ ਕੇ ਕੁਛ ਵੀ ਕਰਕੇ ਲੈਣਾ ਪਵੇ, ਅਸੀਂ ਪਾਕਿਸਤਾਨ ਲਵਾਂਗੇ। ਤਾਂ ਇਸ ਦੀ ਜੇ ਅਸੀਂ ਰਾਈਟਸ ਦੀ ਬੈਕਗਰਾਉਂਡ 'ਚ ਜਾਏ ਤੇ ਕਿਤੇ ਕਿਤੇ ਉਹਨਾਂ ਨੇ ਡਾਇਰੈਕਟ ਐਕਸ਼ਨ ਦੀ ਵੀ ਥ੍ਰੈਟ ਦਿੱਤੀ ਸੀ ਤੇ ਬ੍ਰਿਟਿਸ਼ਰ ਨੂੰ ਪ੍ਰੈਸ਼ਰ ਰੇਟ ਪਾਉਣ ਦੀ ਵੀ ਕੋਸ਼ਿਸ਼ ਕਰੀ ਸੀ। ਤੇ ਮੈਂ ਹੁਣ ਇਹ ਰਾਈਟਸ ਦੀ ਥੋੜੀ ਹਿਸਟਰੀ ਦੀ ਬੈਕਗਰਾਉਂਡ 'ਚ ਜਾਂਦਾ। ਜਿਵੇਂ 1946 ਦੇ ਵਿੱਚ ਤੁਸੀਂ ਦੇਖੋਗੇ ਕਿ ਪਹਿਲਾਂ ਸਾਰਿਆਂ ਤੋਂ ਨੌਖਾਲੀ ਦੇ ਰਾਈਟਸ ਹੋਏ। ਉਸ ਤੋਂ ਪਹਿਲਾਂ ਸਾਊਥ ਇੰਡੀਆ ਦੇ ਵਿੱਚ ਵੀ ਕੁਝ ਰਾਈਟਸ ਹੋਏ ਜਿਹਦੇ 'ਚ ਕਿ ਮੁਸਲਮਾਨਾਂ ਨੇ ਹਿੰਦੂਆਂ ਦਾ ਬਹੁਤ ਨੁਕਸਾਨ ਕੀਤਾ। ਹਜ਼ਾਰਾਂ ਦੇ ਵਿੱਚ ਬੇਗੁਨਾਹ ਹਿੰਦੂ ਮਾਰੇ। ਫਿਰ ਉਸ ਵਕਤ ਮੁਹੰਮਦ ਅਲੀ ਜਿਨਾਹ ਦਾ ਰਾਈਟ ਹੈਂਡ ਮੈਨ ਸੁਹਰਾਵਰਦੀ, ਉਹ ਬੰਗਾਲ ਦਾ ਗਵਰਨਰ ਹੁੰਦਾ ਸੀ ਤੇ ਉਹ ਇੱਕ ਤਰ੍ਹਾਂ ਦਾ, ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਆ, ਬ੍ਰਿਟਿਸ਼ਰਸ ਦਾ ਹੱਥ ਠੋਕਾ ਸੀ। ਉਸ ਨੇ ਵੀ ਜਿਨਾਹ ਨੂੰ ਇਹ ਆਸ਼ਵਾਸਨ ਦਵਾਇਆ, ਬ੍ਰਿਟਿਸ਼ਰ ਨੂੰ ਵੀ ਦਵਾਇਆ ਕਿ ਮੈਂ ਬੰਗਾਲ ਦੀ ਪਾਰਟੀਸ਼ਨ ਲਈ ਜਾਂ ਕਲਕੱਤਾ ਵਗੈਰਾ ਦੇ ਏਰੀਏ ਨੂੰ ਪਾਕਿਸਤਾਨ 'ਚ ਲਿਆਉਣ ਲਈ ਇੱਥੋਂ ਹਿੰਦੂਆਂ ਨੂੰ ਅਪਰੂਵਡ ਕਰ ਦਿੰਦਾ। ਤੇ ਬ੍ਰਿਟਿਸ਼ਰਸ ਦੀ ਸਪੋਰਟ ਕਰਕੇ ਉਹਨੇ 46 ਦੇ, ਜਿਨ੍ਹਾਂ ਨੂੰ ਸੁਹਰਾਵਰਦੀ ਰਾਈਟਸ ਕਿਹਾ ਜਾਂਦਾ, ਸ਼ੁਰੂ ਕਰੇ। ਵਿਊਜ਼ ਮੈਂ ਇੱਥੇ ਦੱਸਦਾ, ਸਾਡਾ ਇੱਕ ਰਿਸ਼ਤੇਦਾਰ ਵੀ ਫੈਮਿਲੀ ਉੱਥੇ ਟਰਾਂਸਪੋਰਟਰ ਸੀ ਉਸ ਵੇਲੇ। ਉਹ ਅਚਨਚੇਤ ਉਹਨਾਂ ਨੇ ਦੇਖਿਆ ਕਿ ਜਿਸ ਦਿਨ ਰਾਈਟ ਸ਼ੁਰੂ ਹੋਏ, ਕੋਈ ਵੀ ਨਾ ਹਿੰਦੂਆਂ ਨੂੰ ਇਸ ਗੱਲ ਦਾ ਪਤਾ ਸੀ, ਨਾ ਸਿੱਖਾਂ ਨੂੰ ਪਤਾ ਸੀ, ਨਾ ਕਿਸੇ ਵੀ ਕਾਮਨ ਸਿਟੀਜ਼ਨ ਨੂੰ ਪਤਾ ਸੀ। ਮੁਸਲਮਾਨਾਂ ਦੇ ਗੈਂਗ ਆਏ, ਉਹਨਾਂ ਨੇ ਆ ਕੇ ਜਗ੍ਹਾ ਜਗ੍ਹਾ ਹਿੰਦੂਆਂ ਨੂੰ ਛੁਰੇਬਾਜ਼ੀ ਤੇ ਮਾਰਨਾ ਸ਼ੁਰੂ ਕਰਤਾ। ਪਹਿਲਾ ਦਿਨ ਬਿਲਕੁਲ ਇਸ ਤਰ੍ਹਾਂ ਚੱਲਿਆ। ਦੂਸਰੇ ਦਿਨ ਫਿਰ ਇਹ ਜਦ ਥੋੜੀ ਤਿਆਰੀਆਂ ਚਾਹੇ ਲੋਕ, ਇਹਨਾਂ ਨੇ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰਿਆ, ਤਾਂ ਇਹਨਾਂ ਨੇ ਥੋੜਾ ਬਹੁਤ ਲੜਨਾ ਸ਼ੁਰੂ ਕਰਿਆ। ਤੀਸਰੇ ਦਿਨ ਤਕਰੀਬਨ ਰਾਈਟਸ ਆ ਜਿਹੜੇ ਬਰਾਬਰੀ ਤੇ ਆ ਗਏ। ਲੇਕਿਨ ਗਾਂਧੀ ਨੂੰ ਇਹ ਪਤਾ ਸੀ, ਮਹਾਤਮਾ ਗਾਂਧੀ ਨੂੰ ਔਰ ਨਹਿਰੂ ਨੂੰ, ਕਿਉਂਕਿ ਉਹਨਾਂ ਨੇ, ਤੁਸੀਂ ਸਾਰੀ ਹਿਸਟਰੀ ਪੜ੍ਹ ਲਓ। ਮੈਂ ਅੱਜ ਤੁਹਾਨੂੰ ਇਸ ਜਗ੍ਹਾ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਅੱਜ ਪਾਕਿਸਤਾਨ ਦੇ ਵਿੱਚ ਬੈਠ ਕੇ ਆਪਣੀ ਆਜ਼ਾਦੀ ਮਾਰ ਰਹੇ ਨੇ, ਜਾਂ ਮੁਸਲਮਾਨ ਇੱਧਰੋਂ ਮਾਈਗ੍ਰੇਟ ਹੋ ਕੇ ਗਏ ਨੇ, ਉਹਨਾਂ ਨੂੰ ਕਦੇ ਵੀ ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਉਹਨਾਂ ਦੇ ਜਾਨ ਮਾਲ ਜਾਂ ਉਹਨਾਂ ਦਾ ਨੁਕਸਾਨ ਜਿੰਨਾ ਇਹ ਦੋ ਸ਼ਖਸਾਂ ਨੇ ਬਚਾਇਆ, ਨਾ ਹੀ ਕਿਸੇ ਮੁਸਲਮਾਨ ਨੇ ਬਚਾਇਆ, ਨਾ ਹੀ ਉਹਨਾਂ ਦੇ ਕਿਸੇ ਲੀਡਰ ਨੇ ਬਚਾਇਆ। ਤੇ ਇਸੇ ਤਰ੍ਹਾਂ ਮਹਾਤਮਾ ਗਾਂਧੀ, ਜਦ ਕਿ ਵੈਸਟ ਪਾਕਿਸਤਾਨ ਉਸ ਵੇਲੇ ਬਿਲਕੁਲ ਬੋਇਲਿੰਗ ਪੁਆਇੰਟ ਤੇ ਬੈਠਾ ਸੀ, ਜਿਹੜਾ ਕਿ ਵੈਸਟ ਪੰਜਾਬ ਦਾ ਏਰੀਆ ਇਸ ਵੇਲੇ, ਮਹਾਤਮਾ ਗਾਂਧੀ ਕਲਕੱਤਾ ਗਏ, ਕਾਂਗਰਸ ਦੀ ਵਿਰੋਧਤਾ ਦੇ ਖਿਲਾਫ ਉਹਨਾਂ ਨੇ ਜਾ ਕੇ ਉੱਥੇ ਮਰਨ ਵਰਤ ਰੱਖਿਆ ਤੇ ਪਹਿਲਾਂ ਜਾ ਕੇ ਨੌਖਾਲੀ ਦੇ ਰਾਈਟਸ ਵੀ ਬੰਦ ਕਰਵਾਏ ਸੀ। ਜਦ ਉਹਨਾਂ ਨੇ ਉੱਥੇ ਪਹੁੰਚੇ, ਆਪਣਾ ਮਰਨ ਵਰਤ ਰੱਖਿਆ, ਚੌਥਾ ਦਿਨ, ਪੰਜਵਾਂ ਦਿਨ, ਤਾਂ ਉਸ ਵੇਲੇ ਇਹ ਸਟੇਜ ਆ ਗਈ ਸੀ, ਜੇ ਮਹਾਤਮਾ ਗਾਂਧੀ ਉੱਥੇ ਮਰਨ ਵਰਤ ਨਾ ਰੱਖਦੇ, ਪੰਡਿਤ ਨਹਿਰੂ ਨਾ ਪਹੁੰਚਦੇ, ਤਾਂ ਮੈਂ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੇ ਉਸ ਵੇਲੇ ਮੁਸਲਮਾਨ ਮਰੇ ਸੀ, ਮੇਰਾ ਖਿਆਲ ਆ ਕਿ 8-10 ਗੁਣਾ ਜ਼ਿਆਦਾ ਉਸ ਤੋਂ ਹੋਰ ਮਰਨੇ ਸੀ। ਇੰਨੇ ਭਿਆਨਕ ਰਾਈਟਸ ਫਲ ਚੁੱਕੇ ਸੀ ਔਰ ਵਨ ਸਾਈਡਡ ਹੋ ਚੁੱਕੇ ਸੀ। ਇਹ ਮਹਾਤਮਾ ਗਾਂਧੀ ਦਾ ਹੀ ਰਿਸਕ ਜਾਂ ਹਿੰਮਤ ਸੀ ਕਿ ਲੋਕਾਂ ਨੇ ਉਹਨਾਂ ਦੀ ਗੱਲ ਮੰਨੀ, ਜਦ ਕਿ ਸੁਹਰਾਵਰਦੀ ਆ ਕੇ ਉਹਨਾਂ ਦੇ ਇੱਕ ਤਰ੍ਹਾਂ ਦਾ ਪੈਰਾਂ ਤੇ ਗਿਰ ਗਿਆ ਸੀ ਵੀ ਮੈਨੂੰ ਇਹ ਮੁਸਲਮਾਨਾਂ ਨੂੰ ਕਿਵੇਂ ਬਚਾਓ। ਤਾਂ ਇੱਕ ਐਸੀ ਸਵੇਰ ਨਿਕਲੀ ਕਿ ਉਹਨਾਂ ਨੇ ਦੇਖਿਆ ਕਿ ਪੂਰੇ ਸ਼ਹਿਰ ਦੇ ਵਿੱਚ ਰਾਈਟਸ ਬੰਦ ਹੋ ਗਏ। ਔਰ ਮੇਰਾ ਖਿਆਲ ਆ ਵੀ ਹਿਸਟਰੀ ਦੇ ਵਿੱਚ ਮਹਾਤਮਾ ਗਾਂਧੀ ਦੀ ਕੋਈ ਇਸ ਚੀਜ਼ ਦੀ ਦੇਣ ਨਹੀਂ ਦੇ ਸਕਦਾ। ਇਸ ਤਰ੍ਹਾਂ ਹੀ ਫਿਰ 1946, ਤਾਂ ਇੱਥੇ ਮੈਂ ਕਈ ਵਿਊਅਰਸ ਦਾ, ਖਾਸ ਕਰ ਸਵਾਮੀ ਅੰਮ੍ਰਿਤਪਾਲ ਸਿੰਘ ਦੀਆਂ ਮੈਂ ਕਈ ਵੀਡੀਓ ਦੇਖੀਆਂ ਨੇ, ਜਿਨ੍ਹਾਂ ਨੇ ਕਿ ਫਰੰਟੀਅਰ ਸੂਬਾ ਜਿਹਦੇ ਵਿੱਚ ਮਨਸੇਰਾ, ਹਜਰਾ, ਐਬਟਾਬਾਦ, ਕੋਹਾਟ, ਬੰਨੂ ਤੇ ਕਾਕੁਲ ਦੇ ਏਰੀਆ ਦੇ ਵਿੱਚ ਜਿਹੜੇ ਰਾਈਟਸ ਹੋਏ ਸੀਗੇ, ਜੋ ਕਿ 9 ਦਸੰਬਰ 1946 ਨੂੰ ਸ਼ੁਰੂ ਹੋਏ, ਉਹਨਾਂ ਰਾਈਟਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬਹੁਤ ਹੀ ਗੁੰਡੇ ਐਲੀਮੈਂਟ ਨੇ ਉੱਥੇ ਦੇ, ਦੂਰ ਦੂਰ ਤੱਕ ਪਿੰਡਾਂ 'ਚ ਫੈਲੇ ਹੋਏ ਹਿੰਦੂ ਤੇ ਜਿਹੜੇ ਬਿਜ਼ਨਸ ਵਾਲੇ ਖੱਤਰੀ ਸਿੱਖ ਸੀ, ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ। ਉਹਨਾਂ ਦੀਆਂ ਦੁਕਾਨਾਂ ਲੁੱਟੀਆਂ, ਘਰ ਜਲਾਏ, ਗੁਰਦੁਆਰਾ ਸਾਹਿਬ, ਮੰਦਿਰ ਜਲਾਏ। ਇੱਥੋਂ ਤੱਕ ਵੀ ਐਵੀਡੈਂਸਿਸ ਨੇ ਉਸ ਵਕਤ ਦੇ, ਸਨ 46 ਦਸੰਬਰ ਦੇ ਰਾਈਟਸ ਦੇ, ਜੋ ਕਿ ਜਨਵਰੀ ਦੇ ਐਂਡ ਤੱਕ ਚੱਲੇ, ਕਿ 8-9 ਸਾਲ ਤੱਕ ਦੀਆਂ ਵੀ ਲੜਕੀਆਂ ਨੂੰ ਰੇਪ ਕੀਤਾ ਗਿਆ। ਬਹੁਤ
ਹਜ਼ਾਰਾਂ ਦੇ ਵਿੱਚ ਦੂਸਰੀਆਂ ਔਰਤਾਂ ਨੂੰ, ਹਿੰਦੂ ਸਿੱਖ ਔਰਤਾਂ ਨੂੰ ਰੇਪ ਕੀਤਾ ਗਿਆ। ਇਸ ਰਾਈਟਸ ਦਾ ਬਹੁਤ ਗਹਿਰਾ ਅਸਰ ਪਿਆ ਤੇ ਉੱਥੋਂ ਲੋਕ ਉੱਜੜ ਕੇ, ਜੋ ਕਿ ਰਾਵਲਪਿੰਡੀ ਨੂੰ ਸੇਫ ਸਮਝਦੇ ਸੀ, ਰਾਵਲਪਿੰਡੀ ਦੇ ਇਲਾਕੇ ਵੱਲੋਂ ਵਿਊਰਸ, ਰਾਵਲਪਿੰਡੀ ਦੇ ਰਾਈਟਸ ਜਿਹੜੇ ਆ ਉਹ ਮਾਰਚ 1947 ਦੇ ਵਿੱਚ ਫਿਰ ਦੁਬਾਰਾ ਵੈਲ ਆਰਗੇਨਾਈਜ਼ਡ ਰਾਈਟ ਸੀ, ਜਿਹੜੇ ਕਿ ਮੁਸਲਿਮ ਲੀਗ ਦੇ ਬੇਹਸ ਦੇ ਉੱਤੇ ਕਰੇ ਗਏ ਸੀ। ਔਰ ਇੱਥੇ ਮੈਂ ਤੁਹਾਨੂੰ ਦੱਸਣਾ ਯੋਗ ਸਮਝੂਗਾ ਕਿ ਮੁਸਲਿਮ ਲੀਗ ਦੇ ਜਿਹੜੇ ਆਰਮਡ ਵਿੰਗ ਸੀ, ਜਿਹਨੂੰ ਕਿ ਤੁਸੀਂ ਨੈਸ਼ਨਲ ਗਾਰਡਸ ਜਾਂ ਗ੍ਰੀਨ ਗਾਰਡਸ ਕਹਿੰਦੇ ਹੋ, ਹਾਲਾਂਕਿ ਮੁਹੰਮਦ ਅਲੀ ਜਿਨਾਹ ਆਪਣੇ ਆਪ ਨੂੰ ਇਹ ਗੱਲ ਤੇ ਬਿਲਕੁਲ ਕਲੀਨ ਮੰਨਦਾ ਕਿ ਮੇਰਾ ਇਹਦੇ ਚ ਰੋਲ ਨਹੀਂ ਸੀ, ਪਰ ਐਸਾ ਹੋ ਹੀ ਨਹੀਂ ਸਕਦਾ। ਉਹਨਾਂ ਦੀਆਂ ਇੰਸਟਰਕਸ਼ਨਾਂ ਦੇ ਉੱਤੇ ਹੀ ਇਹ ਸਾਰਾ ਕੁਝ ਹੋਇਆ ਤੇ ਉਹਨਾਂ ਨੇ ਹੀ ਆਪਣੇ ਆਪ ਨੂੰ ਇਸ ਤੋਂ ਅਲੱਗ ਰੱਖਿਆ। ਤੇ ਜਿਹੜੇ ਮਰੋਡਰਸ ਉਸ ਵੇਲੇ ਦੇ ਮੁਸਲਮਾਨ ਬਾਹਰੋਂ ਮਰੋਡਰ ਆਏ ਸੀ, ਖਾਸ ਕਰ ਮੁਸਲਿਮ ਲੀਗ ਦੇ ਉਹ ਬੰਦੇ ਸੀ, ਉਹਨਾਂ ਨੇ ਇਹ ਭਿਆਨਕ ਰਾਈਟਸ ਨੂੰ ਜਨਮ ਦਿੱਤਾ। ਉੱਥੇ ਹੀ ਰਾਵਲਪਿੰਡੀ ਦੇ ਕੋਲੇ ਥੋਆ ਖਾਲਸਾ ਦਾ ਜਿਹੜਾ ਇੰਸੀਡੈਂਟ ਆ, ਜਿੱਥੇ ਸੈਂਕੜੇ ਸਿੱਖ ਵੂਮਨ ਨੇ ਖੂਹ ਦੇ ਵਿੱਚ ਛਲਾਂਗਾ ਮਾਰ ਕੇ ਆਪਣੀਆਂ ਜਾਨਾਂ ਦਿੱਤੀਆਂ। ਸੈਂਕੜੇ ਇਹੋ ਜਿਹੇ ਇੰਸੀਡੈਂਟ ਨੇ ਜਿੱਥੇ ਬੰਦਿਆਂ ਨੇ ਆਪਣੀਆਂ ਔਰਤਾਂ ਔਰ ਜਵਾਨ ਭੈਣਾਂ ਧੀਆਂ ਨੂੰ ਆਪਣੇ ਆਪ ਕਤਲ ਕੀਤਾ ਤਾਂ ਕਿ ਉਹ ਮੁਸਲਮਾਨਾਂ ਦੇ ਹੱਥ ਨਾ ਲੱਗਣ। ਇਸ ਰਾਈਟਸ ਜਿਹੜੇ ਹੋਏ ਮਾਰਚ 1947 ਦੇ, ਇਹ ਇੱਕ ਮਾਈਲਸਟੋਨ ਰਾਈਟ ਸੀ। ਇਸ ਨਾਲ ਈਸਟ ਪਾਕਿਸਤਾਨ ਦੇ ਉੱਤੇ ਬਹੁਤ ਬੜਾ ਅਸਰ ਪਿਆ। ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਈਸਟ ਪਾਕਿਸਤਾਨ ਦੇ ਵਿੱਚ ਕਾਮਨ ਲੋਕ ਸੀਗੇ, ਉਹਨਾਂ ਤੇ ਵੀ ਬਹੁਤ ਅਸਰ ਪਿਆ। ਜਿਹੜੇ ਇੱਥੇ ਦੀਆਂ ਪ੍ਰਿੰਸੀਪਲ ਸਟੇਟ ਸੀਗੀਆਂ, ਜਿਵੇਂ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲਸੀਆਂ, ਇਹਨਾਂ ਦੇ ਜਿਹੜੇ ਪ੍ਰਿੰਸ ਸੀ ਜਾਂ ਕਿੰਗ ਸੀਗੇ, ਈਸਟ ਪੰਜਾਬ ਦੇ ਜਿਹੜੇ ਕਿੰਗ ਸੀਗੇ, ਉਹ ਬੜੇ ਹੀ ਸੈਕੂਲਰ ਬੰਦੇ ਸੀ। ਇਹਦੇ ਪ੍ਰੂਫ ਤੁਹਾਨੂੰ ਅੱਜ ਵੀ ਮਿਲਣਗੇ। ਜਿਵੇਂ ਮੈਂ ਇੱਕ ਸੁਬੇਦਾਰ ਮੇਜਰ ਸਾਹਿਬ ਦੀ ਪਾਕਿਸਤਾਨ 'ਚ, ਜੋ ਬਾਅਦ 'ਚ ਪਾਕਿਸਤਾਨ ਆਰਮੀ ਤੋਂ ਰਿਟਾਇਰ ਹੋਏ, ਉਹਨਾਂ ਦੀ ਇੰਟਰਵਿਊ ਸੁਣਦਾ ਸੀ। ਉਹ ਮਹਾਰਾਜਾ ਪਟਿਆਲਾ ਦੀ ਪਰਸਨਲ ਗਾਰਡ ਦੇ ਵਿੱਚ ਸੀ। ਔਰ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਮਹਾਰਾਜਾ ਪਟਿਆਲਾ ਜਾਂ ਹੋਰ ਮਹਾਰਾਜਿਆਂ ਦੀਆਂ ਤਕਰੀਬਨ ਜਿਹੜੀਆਂ ਪਰਸਨਲ ਗਾਰਡਾਂ ਸੀਗੀਆਂ, ਉਹਦੇ 'ਚ 50% ਤੱਕ ਵੀ ਮੁਸਲਮਾਨ ਸੀ। ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਕਿੰਨੇ ਸੈਕੂਲਰ ਸੀ। ਲੇਕਿਨ ਮਾਰਚ 47 ਦੇ ਰਾਈਟਸ ਨੇ ਇਹਨਾਂ ਸਭ ਨੂੰ ਸ਼ੇਕ ਕਰਤਾ ਤੇ ਫਿਕਰ 'ਚ ਪਾਤਾ ਕਿ ਸਿੱਖ ਕਮਿਊਨਿਟੀ ਤੇ ਹਿੰਦੂਆਂ ਦਾ ਬਣੂਗੀ। ਜਦ ਕਿ ਕਾਂਗਰਸ ਔਰ ਮਹਾਤਮਾ ਗਾਂਧੀ ਦਾ ਇੱਥੇ ਬੜਾ ਹੀ, ਮੈਂ ਕਹੂੰਗਾ ਕਿ ਗਲਤ ਰੋਲ ਸੀ। ਮਹਾਤਮਾ ਗਾਂਧੀ ਇਹੀ ਕਾਲ ਦਿੰਦੇ ਰਹੇ ਲਾਸਟ ਮਿੰਟ ਤੱਕ, 47 ਤੱਕ, ਕਿ ਤੁਸੀਂ ਲਾਹੌਰ ਬਣੇ ਰਹੋ, ਉਧਰ ਬਣੇ ਰਹੋ, ਅਜੇ ਪਾਰਟੀਸ਼ਨ ਹੋਇਆ ਨਹੀਂ, ਜਿਸ ਦੇ ਕਾਰਨ ਵੀ ਬਹੁਤ ਬੜਾ ਰੋਲ ਹੋਇਆ, ਬਹੁਤ ਨੁਕਸਾਨ ਹੋਇਆ। ਤੇ ਇਸੇ ਚੀਜ਼ ਦੀ ਐਡਵਾਂਟੇਜ ਆ ਜਿਹੜੇ ਹਿੰਦੂ ਐਕਸਟ੍ਰੀਮਿਸਟਾਂ ਨੇ ਗਾਹਾਂ ਜਾ ਕੇ ਉਠਾਇਆ ਤੇ ਉਹਨਾਂ ਦਾ ਕਤਲ ਕੀਤਾ। ਤੇ ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਇਸ ਚੀਜ਼ ਨੂੰ ਜਿਹੜੇ ਉਧਰੋਂ ਫਿਰ ਉੱਜੜ ਕੇ ਲੱਖਾਂ ਦੇ ਵਿੱਚ ਲੋਕ ਆਏ, ਮਹਾਰਾਜਾ ਪਟਿਆਲੇ ਨੇ ਖਾਸ ਕਰ ਉਹਨਾਂ ਨੂੰ ਸੰਭਾਲਿਆ ਤੇ ਹੌਲੀ ਹੌਲੀ ਇਹ ਲੋਕ ਈਸਟ ਪੰਜਾਬ ਦੇ, ਖਾਸ ਕਰ ਜੱਟ ਸਿੱਖ ਕਮਿਊਨਿਟੀ, ਇਹਨਾਂ ਦੇ ਵਿੱਚ ਬਹੁਤ ਸਾਰੇ ਫੌਜੀ ਸੀ, ਇਹ ਆਰਗੇਨਾਈਜ਼ ਹੋ ਗਏ ਤੇ ਇਹਨਾਂ ਨੇ ਬਹੁਤ ਸਾਰੇ ਹਥਿਆਰ ਖਰੀਦੇ। ਔਰ ਜ਼ਿਆਦਾਤਰ ਹਥਿਆਰ, ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਫਰੰਟੀਅਰ ਸੂਬੇ ਦੇ ਵਿੱਚੋਂ ਇਹ ਪੈਸੇ ਦੇ ਕੇ ਖਰੀਦ ਕੇ ਲਿਆ। ਹੁਣ ਆਉਂਦੇ ਆ ਆਪਾਂ 47 ਦੇ ਰਾਈਟਸ ਤੇ, ਜਿਹਤੇ ਕੋਈ ਗੱਲ ਛੁਪੀ ਹੋਈ ਨਹੀਂ। ਜਦ 47 ਦੀ ਆਜ਼ਾਦੀ ਦੇ ਰਾਈਟ ਸ਼ੁਰੂ ਹੋਏ, ਇਹਦੇ ਵਿੱਚ ਈਸਟ ਪੰਜਾਬ ਦੇ ਸਿੱਖਾਂ ਦੇ ਖਾਸ ਕਰ ਬਹੁਤ ਬੜਾ ਇਸ ਦੇ ਵਿੱਚ ਰਿਐਕਸ਼ਨ ਦਿਖਾਇਆ। ਵਿਊਜ਼, ਮੈਂ ਇੱਥੇ ਇਹ ਗੱਲ ਕਹਿਣੀ ਚਾਹੂੰਗਾ, ਹਾਲਾਂਕਿ ਕਿਸੇ ਨੂੰ ਐਗਜ਼ੈਕਟ ਨੰਬਰ ਕਿ ਕਿੰਨੇ ਲੋਕ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਕਤਲ ਹੋਏ, ਜੋ ਕਿ ਲੱਖਾਂ ਦੀ ਗਿਣਤੀ 'ਚ ਨਹੀਂ, ਕਿਸੇ ਨੇ ਨਹੀਂ ਦੇਖਿਆ। ਆਮ ਤੌਰ ਤੇ ਜਿਹੜੇ ਜ਼ਿਆਦਾ ਰਾਈਟਰ ਨੇ ਜਾਂ ਥਿੰਕਰ ਨੇ ਜਾਂ ਰਿਸਰਚਰ ਨੇ, ਉਹ ਇਹ ਮੰਨਦੇ ਆ ਕਿ 10 ਲੱਖ ਦੇ ਕਰੀਬ ਲੋਕ ਮਰੇ ਇਸ ਚੀਜ਼ 'ਚ, ਤੇ ਕਰੋੜਾਂ ਦੇ ਵਿੱਚ ਬੇਘਰ ਹੋਏ। ਔਰ ਮੇਰਾ ਖਿਆਲ ਹੈ ਹਿਸਟਰੀ ਦੀ ਸਭ ਤੋਂ ਬੜੀ ਇਹ ਮੂਵਮੈਂਟ ਸੀ। ਪਰ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਉਸ ਵਜ੍ਹਾ ਨਾਲ, ਉਹ ਕਮਿਊਲੇਟਿਡ ਇਫੈਕਟ ਦੇ ਨਾਲ, ਓਵਰਆਲ ਜਿੰਨੇ ਇਹਨਾਂ ਰਾਈਟਸ ਦੇ ਵਿੱਚ ਲੋਕ ਮਰੇ, ਉਹਦੇ 'ਚ ਮੁਸਲਮਾਨ ਸਿੱਖਾਂ ਹਿੰਦੂਆਂ ਨਾਲੋਂ ਕਿਤੇ ਵੀ ਜ਼ਿਆਦਾ ਸੀ। ਇਹ ਪਾਕਿਸਤਾਨ ਦੇ ਰਾਈਟਰ ਵੀ ਮੰਨਦੇ ਨੇ ਇਸ। ਤਾਂ ਫਿਰ ਮੈਂ ਇੱਥੇ ਕਹਿਣਾ ਚਾਹੂੰਗਾ ਵੀ ਕੀ ਮਿਲਿਆ ਇਸ ਡਾਇਰੈਕਟ ਐਕਸ਼ਨ ਜਾਂ ਇਸ ਸੋਚ ਨਾਲ ਕਿ ਅਸੀਂ ਸੁਪੀਰੀਅਰ ਹਾਂ, ਅਸੀਂ ਦੂਸਰਿਆਂ ਨੂੰ ਕਦੇ ਵੀ ਮਾਰ ਸਕਦੇ ਹਾਂ। ਇਹ ਚੀਜ਼ ਨੇ
ਬੜੇ ਆਉਣ ਵਾਲੇ ਸਮੇਂ ਦੇ ਉੱਤੇ ਪਾਕਿਸਤਾਨ ਦੀ ਕ੍ਰੀਏਸ਼ਨ ਦੇ ਕਈ ਇੰਪੈਕਟ ਪਾਏ। ਕੁਛ ਇੱਕ ਮੈਂ ਇਹਨਾਂ ਚੋਂ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਸਾਡਾ ਬੜਾ ਕੰਟਰੀ ਆ, ਇਹ ਪਰਸ਼ੀਆ, ਮਿਡਲ ਈਸਟ ਤੋਂ ਲੈ ਕੇ ਸਾਊਥ ਈਸਟ ਏਸ਼ੀਆ ਤੱਕ ਤੇ ਤਿੱਬਤ, ਸੈਂਟਰਲ ਏਸ਼ੀਆ ਤੱਕ, ਨਾਰਥ ਦੇ ਵਿੱਚ ਇਹ ਬਣ ਜਾਣਾ ਸੀ। ਤੇ ਅਰੇਬੀਅਨ ਸੀ, ਇੰਡੀਅਨ ਓਸ਼ਨ ਤੇ ਬੇ ਆਫ ਬੰਗਾਲ ਤੱਕ ਵੀ ਸਾਨੂੰ ਸਮੁੰਦਰ ਦਾ ਵਪਾਰ ਦਾ ਐਡਵਾਂਟੇਜ ਮਿਲ ਜਾਣਾ ਸੀ। ਤੇ ਐਟ ਪ੍ਰੈਜ਼ੈਂਟ ਅਸੀਂ ਹੁਣ ਇੰਟੈਗਰੇਟਿਡ ਰੀਜਨ ਆ, ਤੇ ਅਸੀਂ ਆਪਣੇ ਸਾਰੇ ਰਿਸੋਰਸਸ ਦਾ ਐਫੀਸ਼ੀਐਂਟ ਯੂਜ਼ ਕਰਦੇ ਆ। ਤੇ ਪੰਡਿਤ ਨਹਿਰੂ ਦੀਆਂ ਜਿਹੜੀਆਂ 47 ਵੇਲੇ ਦੀਆਂ ਇੰਡਸਟਰੀਲਾਈਜੇਸ਼ਨ ਜਾਂ ਪ੍ਰੋਗਰੈਸਿਵ ਪਾਲਿਸੀਆਂ ਸੀ, ਜਿਨ੍ਹਾਂ ਨੇ ਜਿਵੇਂ ਕਿ ਉਹਨਾਂ ਨੇ 5 ਈਅਰ ਪਲਾਨ ਦਿੱਤੇ, ਉਸ ਦੇ ਨਾਲ ਸ਼ੁਰੂ ਤੋਂ ਹੀ ਇੰਡੀਆ ਪਾਕਿਸਤਾਨ ਦੇ ਪਾਰਟੀਸ਼ਨ ਹੋਣ ਤੋਂ ਹੀ ਇੰਡੀਆ, ਹਾਲਾਂਕਿ ਬਹੁਤ ਡਾਊਨ ਟਰੋਡਨ ਸੀ ਉਸ ਵੇਲੇ ਦੇ ਪਾਕਿਸਤਾਨ ਨਾਲੋਂ, ਅੱਗੇ ਵਧਣਾ ਸ਼ੁਰੂ ਕਰਤਾ। ਤੇ ਜਿਹੜੇ ਮੁਸਲਿਮ ਸਾਊਥ ਈਸਟ ਏਸ਼ੀਆ ਦੇ ਵਿੱਚ ਇੱਕ ਸਿੰਗਲ ਇੰਡੀਆ ਜਿਹੜਾ ਉਹ ਸਿੰਗਲ ਕੰਟਰੀ ਹੈ ਸਾਊਥ ਈਸਟ ਏਸ਼ੀਆ 'ਚ, ਔਰ ਬਹੁਤ ਬੜੀ ਪਾਵਰ ਆ, ਜਦ ਕਿ ਮੁਸਲਿਮ ਨੇ ਆਪਣੇ ਆਪ ਨੂੰ 3 ਇਕੁਅਲ ਹਿੱਸਿਆਂ 'ਚ ਵੰਡ ਲਿਆ। ਵੈਸਟ ਪਾਕਿਸਤਾਨ, ਜੋ ਕਿ ਹੁਣ ਪਾਕਿਸਤਾਨ ਆ, ਇੰਡੀਆ ਦੇ ਵਿੱਚ ਮੁਸਲਮਾਨ, ਤੇ ਹੁਣ ਦੇ ਬੰਗਲਾਦੇਸ਼ ਦੇ ਵਿੱਚ ਮੁਸਲਮਾਨ। ਤੇ ਵਿਊਜ਼ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਇਸ ਵੇਲੇ ਤਕਰੀਬਨ 23 ਕਰੋੜ ਪਾਕਿਸਤਾਨ ਦੇ ਵਿੱਚ ਮੁਸਲਮਾਨ ਨੇ, 18 ਕਰੋੜ ਦੇ ਕਰੀਬ ਇੰਡੀਆ ਦੇ ਵਿੱਚ ਨੇ, ਤੇ ਤਕਰੀਬਨ 16 ਕਰੋੜ ਬੰਗਲਾਦੇਸ਼ ਨੇ। ਔਰ ਬੰਗਲਾਦੇਸ਼ ਦੀ ਇਸ ਵੇਲੇ 71 ਤੋਂ ਕ੍ਰੀਏਸ਼ਨ ਤੋਂ ਬਾਅਦ ਉਹ GDP ਜਿਹੜੀ ਪਾਕਿਸਤਾਨ ਦਾ ਉਹਦੇ ਨੇੜੇ ਤੇੜੇ ਵੀ ਨਹੀਂ, ਉਹ ਇੰਡੀਆ ਤੋਂ ਵੀ ਅੱਗੇ ਲੰਘ ਚੁੱਕਿਆ। ਤੇ ਇਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ, ਇਹ ਮੈਂ ਤੁਹਾਡੇ ਵਿਊਜ਼ ਦੇ ਉੱਤੇ ਰੱਖਦਾ, ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਕਾਫੀ ਲੋਕ ਇਹ ਵਿਊ ਮੰਨਦੇ ਸੀ, ਹਿੰਦੂ ਸਿੱਖ, ਕਿ ਪਾਕਿਸਤਾਨ ਬਣਨਾ ਮਾੜਾ ਹੋਇਆ। ਲੇਕਿਨ ਅੱਜ ਕੱਲ ਮੈਜੋਰਿਟੀ ਲੋਕ ਇਹ ਮੰਨਦੇ ਆ ਕਿ ਜੇ ਪਾਕਿਸਤਾਨ ਬਣ ਗਿਆ ਉਹ ਚੰਗਾ ਹੋਇਆ। ਇਸੇ ਚੀਜ਼ ਨੂੰ ਅੱਗੇ ਲੈ ਜਾਂਦੇ ਹੋਏ ਵੀ ਕਈ ਲੋਕ ਪਹਿਲਾਂ ਕਿਉਂ ਮੰਨਦੇ ਸੀ, ਉਹ ਪਾਪਾ ਨੇ ਇਹ ਦੱਸਿਆ ਹੀ ਹੈ ਵੀ ਵੱਡਾ ਕੰਟਰੀ ਬਣਦਾ, ਜੋ ਕਿ ਇੰਟੀਗ੍ਰੇਟਿਡ ਹੁੰਦਾ, ਰਿਸੋਰਸਸ ਨੂੰ ਯੂਜ਼ ਕਰ ਪਾਉਂਦਾ, ਜੋ ਅੱਜ ਦੀ ਡੇਟ ਵਿੱਚ ਨਹੀਂ ਕਰ ਪਾ ਰਹੇ ਅਸੀਂ। ਤੇ ਮੁਸਲਿਮ ਵੀ ਹੁਣ 3 ਹਿੱਸਿਆਂ 'ਚ ਵੰਡ ਚੁੱਕੇ ਆ। ਤੇ ਮੇਰਾ ਜਿਹੜਾ ਪਰਸਨਲ ਵਿਊ ਪੁਆਇੰਟ ਹੈ ਵੀ ਇਹ ਜਿਹੜਾ ਜੇ ਇਕੱਠਾ ਆਜ਼ਾਦ ਹੁੰਦਾ ਜਿਵੇਂ 1946 ਦੇ ਵਿੱਚ ਬ੍ਰਿਟਿਸ਼ਰਸ ਨੇ ਸੋਚਿਆ ਸੀ, ਤਾਂ ਬਹੁਤ ਹੀ ਰਿਸਕੀ ਕੰਟਰੀ ਹੁੰਦਾ। ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਮੈਂ ਦੁਬਾਰਾ ਗੱਲ ਕਰਦਾ ਵੀ 55% ਆਰਮੀ ਮਾਈਨੋਰਿਟੀਜ਼ ਤੋਂ ਹੁੰਦੀ, ਮੈਜੋਰਿਟੀ ਆਰਮੀ ਅੱਡ, ਬਹੁਤ ਡੇਂਜਰਸ ਸਿਚੁਏਸ਼ਨ ਬਣਾ ਦਿੰਦੀ ਹੈ। ਇਹ ਕੰਟਰੀ ਨੂੰ ਸਿਵਲ ਵਾਰ ਦੇ ਨੇੜੇ ਲੈ ਕੇ ਹੀ ਜਾਂਦੀ, ਕਿਉਂਕਿ ਇੱਕ ਤਾਂ ਰਾਈਟਸ ਵੀ ਹੋ ਚੁੱਕੇ ਸੀ ਮੁਸਲਿਮ ਲੀਗ ਕਾਂਗਰਸ ਦੇ ਵਿੱਚ, ਜਿਹੜਾ ਆਈਡੀਓਲੋਜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀ, ਤੇ ਇਸ ਲਈ ਇਹ ਕੰਟਰੀ ਜਿਹੜਾ ਬਹੁਤ ਹੀ ਪ੍ਰੋਨ ਰਹਿੰਦਾ ਸਿਵਲ ਵਾਰ ਨੂੰ। ਤੇ ਇਸ ਦੇ ਬਹੁਤ ਸਾਰੇ ਪੁਆਇੰਟਰਸ ਜਿਹੜੇ ਆ ਉਹ ਮੈਂ ਅੱਜ ਦੀ ਪ੍ਰੈਜ਼ੈਂਟ ਸਟੇਟ ਆਫ ਪਾਕਿਸਤਾਨ ਨੂੰ ਲੈ ਕੇ ਜਿਹੜਾ ਹੈ ਅੱਗੇ ਚੱਲਣਾ ਚਾਹੁੰਦਾ ਹੈ, ਜੋ ਕਿ ਮੈਂ ਡਿਸਕ੍ਰਾਈਬ ਕਰਨਾ ਚਾਹੁੰਦਾ ਕਿ ਉਹਨਾਂ 'ਚ ਬਹੁਤ ਸਾਰੀਆਂ ਚੀਜ਼ਾਂ ਫਿਰ ਇੰਡੀਆ 'ਚ ਵੀ ਆ ਪਾਉਂਦੀਆਂ, ਜੋ ਕਿਉਂਕਿ ਜੋ ਚੀਜ਼ਾਂ ਹੁਣ ਪਾਕਿਸਤਾਨ 'ਚ ਨਹੀਂ ਕਰ ਪਾਏ, ਉਹ ਵੀਕ ਸੈਂਟਰ ਦੇ ਨਾਲ ਇੰਡੀਆ 'ਚ ਵੀ ਨਹੀਂ ਕਰ ਪਾਉਂਦੇ। ਤੇ ਉਹ ਕੀ ਹੈਗੀਆਂ ਜਿਹੜਾ ਹੈਗਾ ਵੀ, ਸਭ ਤੋਂ ਪਹਿਲਾਂ ਤਾਂ ਜਿਵੇਂ ਮੁਸਲਿਮ ਲੀਗ ਦੀ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਕੋਈ ਐਸਟੈਬਲਿਸ਼ ਆਈਡੀਓਲੋਜੀ ਨਹੀਂ ਸੀਗੀ। ਇੱਕ ਮੁਸਲਮਾਨਾਂ ਲਈ ਅੱਡ ਦੇਸ਼ ਬਣਾਉਣਾ ਆਈਡੀਓਲੋਜੀ ਨਹੀਂ ਹੁੰਦੀ, ਉਹ ਸਿਰਫ ਇੱਕ ਐਕਸ਼ਨ ਹੈ ਜਾਂ ਇੱਕ ਚੀਜ਼ ਕਹਿ ਲਓ ਜਿਸ ਦੇ ਉੱਤੇ ਤੁਸੀਂ ਸਪੋਰਟ ਲੈ ਰਹੇ ਹੋ ਜਾਂ ਕੁਝ ਕਰ ਰਹੇ ਹੋ। ਕੋਈ ਆਈਡੀਓਲੋਜੀ ਨਹੀਂ ਜੋ ਇਹ ਕੰਟਰੀ ਬਣੂਗਾ ਕਿਵੇਂ, ਬਈ ਕੀ ਏਰੀਆ ਹੋਊਗਾ, ਇਸ ਦੇ ਵਿੱਚ ਜਿਹੜਾ ਹੈਗਾ ਕਿਹੜਾ ਕੀ ਲਾਜ਼ ਹੋਣਗੇ, ਇਸਲਾਮਿਕ ਹੋਊਗਾ, ਸੈਕੂਲਰ ਹੋਊਗਾ, ਨਾਨ ਮੁਸਲਿਮਸ ਦਾ ਕੀ ਰੋਲ ਹੋਊਗਾ, ਉਹ ਸਾਰੇ ਸਵਾਲ ਜਿਹੜੇ ਬਸ ਜਿਵੇਂ ਕਹਿੰਦੇ ਆ ਪੁਸ਼ਿੰਗ ਦਾ ਕੈਨ ਡਾਊਨ ਦਾ ਰੋਡ, ਜਿਹੜਾ ਉਸ ਤਰ੍ਹਾਂ ਦੇ ਨਾਲ ਜਿਹੜਾ ਚੱਲਦਾ ਰਿਹਾ ਸੀ। ਇਟ ਵਾਸ ਜਿਹੜਾ ਉਹਦਾ ਇੱਕੋ ਹੀ ਪਰਪਸ ਸੀ ਬਈ ਕੁਝ ਲੋਕਾਂ ਨੂੰ ਪਾਵਰ ਮਿਲ ਸਕੇ ਤੇ ਉਸ ਦੇ ਲਈ ਜਿਹੜਾ ਕੰਟਰੀ ਬਣਾ ਸਕੇ। ਜਿਹੜਾ ਦੂਜੀ ਚੀਜ਼ ਜਿਹੜਾ ਜਦ ਪਾਕਿਸਤਾਨ ਬਣਿਆ ਤੇ ਉਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ 16% ਇਕਨੋਮੀ ਆਈ, 18% ਪੋਪੂਲੇਸ਼ਨ ਆਈ। ਮੈਂ ਇਸ ਚੀਜ਼ ਪਾਕਿਸਤਾਨ ਨਹੀਂ ਗਿਣ ਰਿਹਾ, ਮੈਂ ਖਾਲੀ ਵੈਸਟ ਪਾਕਿਸਤਾਨ ਗਿਣ ਰਿਹਾ। ਤੇ 35% ਆਰਮੀ ਉਹਨਾਂ ਨੂੰ ਮਿਲ ਗਈ। ਜਿਹੜਾ ਇਹ 35% ਆਰਮੀ ਦਾ ਮਤਲਬ ਸੀਗਾ ਵੀ ਆਰਮੀ ਆਂਦੇ ਦਿਨ ਤੋਂ ਹੀ ਜਿਹੜਾ ਹੈਗਾ ਆਰਮੀ ਨੂੰ ਆਪਣੇ ਐਗਜ਼ਿਸਟੈਂਸ ਲਈ ਕੁਝ ਨਾ ਕੁਝ ਕਰਨਾ ਪੈਣਾ ਸੀਗਾ। ਜਿਵੇਂ ਕਹਿੰਦੇ ਆ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਥ੍ਰੈਟ ਕਰਕੇ ਆਰਮੀ ਨਹੀਂ ਹੈ, ਆਰਮੀ ਥ੍ਰੈਟ ਕ੍ਰੀਏਟ ਕਰਦੀ ਹੈ ਤਾਂ ਕਿ ਉਹ ਰਹਿ ਸਕੇ ਜਿਹੜਾ ਹੈਗਾ। ਤੇ ਦੂਜੀ ਗੱਲ, ਆਰਮੀ ਵੀ ਇੰਨੀ ਪਾਵਰਫੁਲ ਸੀ, ਜਿਹੜੇ ਲੋਕੀ ਪਾਕਿਸਤਾਨ ਦੇ ਵਿੱਚ ਪਾਵਰ ਦੇ ਵਿੱਚ ਆਏ, ਜਿਸ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਜ਼ਮੀਂਦਾਰ ਹੋ ਗਏ ਜਾਂ ਚੌਧਰੀਜ਼ ਹੋ ਗਏ ਜਾਂ ਵਡੇਰੇ ਹੋ ਗਏ, ਉਹ ਸਾਰੇ ਲੈਂਡ ਹੋਲਡਰ ਸੀਗੇ
ਉਹ ਬ੍ਰਿਟਿਸ਼ਰਸ ਦੇ ਨਾਲ ਪਹਿਲਾਂ ਅਲਾਈ ਕਰਦੇ ਸੀਗੇ, ਫਿਰ ਆਜ਼ਾਦੀ ਹੋਈ, ਉਹਨਾਂ ਨੇ ਪਾਵਰ ਲੈ ਲਈ। ਉਹਨਾਂ ਦਾ ਕੋਈ ਜਿਹੜਾ ਹੈਗਾ ਇੰਟਰਸਟ ਨਹੀਂ ਸੀ ਬਈ ਡੈਮੋਕ੍ਰੇਸੀ ਇੱਥੇ ਚੱਲ ਸਕੇ ਜਾਂ ਲੈਂਡ ਰਿਫਾਰਮਸ ਵਰਗੇ ਜਿਹੜਾ ਹੈਗਾ ਕੋਈ ਸਟੈਪਸ ਲੈ ਸਕਣ। ਉਹਨਾਂ ਦਾ ਸੋਲ ਪਰਪਸ ਉਹੀ ਸੀ ਬਈ ਉਹ ਪਾਵਰ ਲੈ ਸਕਣ। ਉਹ ਪਾਵਰ ਦੇ ਚੱਕਰ ਦੇ ਵਿੱਚ ਤੁਸੀਂ ਜਾਣਦੇ ਹੋ ਵੀ ਜਿੰਨਾ ਸਾਹਿਬ ਛੇਤੀ ਉਹਨਾਂ ਦੀ ਫੌਤ ਹੋ ਗਈ, ਉਸ ਤੋਂ ਬਾਅਦ ਲਿਆਕਤ ਅਲੀ ਖਾਨ ਨੂੰ ਜਿਹੜਾ ਅਸੈਸੀਨੇਟ ਕਰਾ ਦਿੱਤਾ ਗਿਆ। ਹੁਣ ਇਹਨਾਂ ਨੇ ਕਰਾਇਆ ਨਹੀਂ ਕਰਾਇਆ, ਬਟ ਅੱਜ ਤੱਕ ਕੋਈ ਸਵਾਲ ਦਾ ਜਵਾਬ ਨਹੀਂ ਦੇ ਪਾਇਆ ਬਈ ਲਿਆਕਤ ਅਲੀ ਖਾਨ ਨੂੰ ਕਿਉਂ ਅਸੈਸੀਨੇਟ ਕੀਤਾ ਗਿਆ। ਉਹਨਾਂ ਨੇ ਹੌਲੀ 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 ਕਰਕੇ ਜਿਹੜੇ ਮੁਸਲਿਮ ਲੀਗ ਸੀ ਉਹ ਵੀ ਪ੍ਰੈਕਟੀਕਲੀ ਬੜੀ ਛੇਤੀ ਖਤਮ ਕਰਤੀ। ਸੋਹਰਾਵਰਦੀ ਨੂੰ ਵੀ ਇੰਡੀਆ ਤੋਂ ਪਾਕਿਸਤਾਨ ਤੋਂ ਬਾਹਰ ਭੇਜਤਾ। ਕੁਝ ਜਿਹੜੇ ਲੀਡਰ ਸੀਗੇ ਜਿਵੇਂ ਕਿ ਜ਼ਫਰੁੱਲਾ ਖਾਨ ਜਾਂ ਉਹ ਸਭ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਜਿਹੜਾ। ਸੇ ਦਸ ਉਹਨਾਂ ਨੇ ਨਾ ਡੈਮੋਕ੍ਰੇਸੀ ਨੂੰ ਫੁੱਟਿੰਗ ਰਹਿਣ ਦਿੱਤੀ, ਨਾ ਕੋਈ ਪ੍ਰੋਗਰੈਸਿਵ ਸਟੈਪਸ ਇੱਥੇ ਲਏ। ਰਾਦਰ ਜਦ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਆਪਣੀ ਪਾਵਰ ਦੇ ਉੱਤੇ ਖਤਰਾ ਆਉਂਦਾ ਸੀ, ਇਸ 'ਚ ਸਿਵਲ ਵੀ ਤੇ ਮਿਲਟਰੀ ਵੀ, ਉਹ ਹਮੇਸ਼ਾ ਜਿਹੜਾ ਹੈਗਾ ਉਹ ਇਸਲਾਮ ਨੂੰ ਜਿਹੜਾ ਇੱਕ ਫਰੰਟ ਬਣਾਉਣ ਦੀ ਕੋਸ਼ਿਸ਼ ਕਰਦੇ ਸੀਗੇ ਤੇ ਉਸ ਨੂੰ ਯੂਜ਼ ਕਰਦੇ ਸੀ। ਇਸ ਚੀਜ਼ ਦੇ ਨਾਲ ਕੀ ਹੋਇਆ, ਨਾ ਐਜੂਕੇਸ਼ਨ ਥੱਲੇ ਜਾ ਸਕੀ, ਨਾ ਪੈਸਾ ਥੱਲੇ ਤੱਕ ਜਾ ਸਕਿਆ, ਤੇ ਰੈਡੀਕਲਾਈਜੇਸ਼ਨ ਅੱਡ ਹੋਣ ਲੱਗ ਗਈ। ਤੇ ਰੈਡੀਕਲਾਈਜੇਸ਼ਨ ਦੇ ਨਾਲ ਹੋਰ ਰਿਫਾਰਮਸ ਕਰਨੇ ਹੋਰ ਵੀ ਔਖੇ ਹੁੰਦੇ ਗਏ। ਇੱਕ ਪੁਆਇੰਟ ਜਿਹੜਾ ਮੈਂ ਇਹ ਨਾ ਕਰਨ ਦਾ ਮੈਂ ਇੱਕ ਨਤੀਜਾ ਜਿਹੜਾ ਉਹ ਮੈਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਜਦ ਬ੍ਰਿਟਿਸ਼ ਇੰਡੀਆ ਆਜ਼ਾਦ ਹੋਇਆ ਉਸ ਵੇਲੇ ਅੱਜ ਦੇ ਪਾਕਿਸਤਾਨ ਦੀ ਪੋਪੂਲੇਸ਼ਨ ਸੀਗੀ 3 ਕਰੋੜ, ਬੰਗਲਾਦੇਸ਼ ਦੀ ਪੋਪੂਲੇਸ਼ਨ ਸੀ 3.7 ਕਰੋੜ, ਇੰਡੀਆ ਦੀ ਸੀਗੀ 30-31 ਕਰੋੜ। ਉਹ ਜਿਹੜਾ ਹੈ ਇੰਡੀਆ ਦੀ 30 ਕਰੋੜ ਜਿਹੜੀ ਹੈ ਅੱਜ 137 ਕਰੋੜ ਹੋ ਗਈ ਹੈ। ਹੁਣ ਸੈਂਸਸ ਆਊਗਾ ਤਾਂ ਸ਼ਾਇਦ 140 ਹੋ ਗਈ ਹੋਊਗੀ। ਬੰਗਲਾਦੇਸ਼ ਦਾ ਉਹ 3.7 ਕਰੋੜ ਜਿਹੜਾ ਤਕਰੀਬਨ 16 ਕਰੋੜ ਹੋ ਗਿਆ। ਤੇ ਇਹ ਤੁਸੀਂ ਮੈਥਸ ਲਾ ਕੇ ਦੇਖੋਗੇ ਤੇ ਤਕਰੀਬਨ 4-5 ਗੁਣਾ ਦੇ ਵਿੱਚ ਜਿਹੜਾ ਹੈਗਾ ਇਹ ਵਧਿਆ, 5 ਗੁਣਾ ਦੇ ਤਕਰੀਬਨ ਵਧਿਆ। ਪਾਕਿਸਤਾਨ ਜੋ ਕਿ 3 ਕਰੋੜ ਸੀਗਾ ਉਹ ਅੱਜ 23 ਕਰੋੜ ਦਾ ਕੰਟਰੀ ਬਣ ਚੁੱਕਿਆ, ਯਾਨੀ ਤਕਰੀਬਨ 8 ਗੁਣਾ ਪੋਪੂਲੇਸ਼ਨ ਵੱਧ ਚੁੱਕੀ ਹੈ। ਇਹ ਸਾਰਾ ਲੈਕ ਆਫ ਪਲੈਨਿੰਗ ਜਿਹੜਾ ਉਸਦਾ ਹੀ ਇੱਕ ਨਤੀਜਾ ਹੈਗਾ। ਫਿਰ ਪਹਿਲਾਂ ਕੀ ਸੀ, ਪਾਕਿਸਤਾਨ ਦਾ ਜਿਹੜਾ ਵੈਸਟਰਨ ਬਲਾਕ ਦੇ ਵਿੱਚ ਸੀਟੋ ਸੈਂਟੋ ਦੇ ਵਿੱਚ ਜਾ ਕੇ ਚਲਾ ਗਿਆ, ਉਹਨਾਂ ਨੂੰ ਏਡ ਮਿਲਦੀ ਸੀ, ਪੋਪੂਲੇਸ਼ਨ ਛੋਟੀ ਸੀ, ਏਡ ਸਫਾਈਜ਼ ਕਰ ਜਾਂਦੀ ਸੀ। ਬੰਗਲਾਦੇਸ਼ ਨੂੰ ਆਪਣੀ ਕਲੋਨੀ ਦੀ ਤਰ੍ਹਾਂ ਯੂਜ਼ ਕਰਦੇ ਸੀ, ਉੱਥੋਂ ਜੂਟ ਐਕਸਪੋਰਟ ਹੁੰਦਾ ਸੀਗਾ, ਉਹਦਾ ਪੈਸਾ ਜਿਹੜਾ ਆਉਂਦਾ ਸੀ ਉਹਦੇ ਨਾਲ ਇਸਲਾਮਾਬਾਦ ਬਣਾਤਾ। ਇੱਥੇ ਸਭ ਕੁਝ ਡਿਵੈਲਪਮੈਂਟ ਕਰਤੀ, ਉੱਥੇ ਡਿਵੈਲਪਮੈਂਟ ਨਹੀਂ ਕੀਤੀ ਜਿਹੜਾ ਹੈਗਾ। ਉਹਦੇ ਨਾਲ ਉਹਨਾਂ ਦਾ ਸਿਸਟਮ ਵੈਸਟ ਪਾਕਿਸਤਾਨ ਦੇ ਲਈ ਵਿੱਚ ਕਈ ਦੇਰ ਤੱਕ ਚੱਲਦਾ ਰਿਹਾ। ਜਿਹੜਾ ਆਰਮੀ ਆਪਣੇ ਆਪ ਦੇ ਉੱਤੇ ਪੈਸੇ ਖਰਚ ਸਕਦੀ ਸੀ ਚੱਲਦਾ ਰਿਹਾ। ਪਰ ਅੱਗੇ ਜਾ ਕੇ ਫਿਰ ਅਸੀਂ ਦੇਖਿਆ ਵੀ ਬੰਗਲਾਦੇਸ਼ ਦੇ ਵਿੱਚ ਜਦੋਂ ਅੱਡ ਹੋ ਗਏ ਉਹਨਾਂ ਨੇ ਸਮਝਿਆ ਵੀ ਇਹ ਤਾਂ ਇਸਲਾਮ ਕੀ ਜਿਹੜਾ ਹੈਗਾ, ਉਹਨਾਂ ਨੇ ਆਪਣੀ ਲੈਂਗੁਏਜ ਦੇ ਉੱਤੇ ਇਸਲਾਮ ਨੂੰ ਸਾਈਡ ਤੇ ਰੱਖਿਆ ਤੇ ਆਪਣਾ ਕੰਟਰੀ ਬਣਾ ਲਿਆ। ਬੰਗਲਾਦੇਸ਼ ਅੱਜ ਦੀ ਡੇਟ ਵਿੱਚ ਸੈਕੂਲਰ ਕੰਟਰੀ, ਉਹਨਾਂ ਦਾ ਕਨਸਟੀਟਿਊਸ਼ਨ ਉਹਨਾਂ ਨੂੰ ਸੈਕੂਲਰ ਕਹਿੰਦਾ। ਤੇ ਉਹ ਟੂ ਨੇਸ਼ਨ ਥਿਓਰੀ ਤਾਂ ਉੱਥੇ ਹੀ 71 ਦੇ ਵਿੱਚ ਫੇਲ ਹੋ ਗਈ। ਤੇ ਜਿਹੜਾ ਹੈ ਵੀ ਅੱਜ ਦੀ ਡੇਟ ਵਿੱਚ ਇਹ ਜਿਹੜਾ ਪੋਪੂਲੇਸ਼ਨ ਐਕਸਪਲੋਜਨ ਹੋ ਚੁੱਕਿਆ ਹੈ, ਇਹਦਾ ਇਹ ਮਤਲਬ ਹੈ ਵੀ ਪਾਣੀ ਦੀ ਬਹੁਤ ਕਿੱਲਤ ਹੈ ਉੱਥੇ। ਹੁਣ ਜਿੰਨੀ ਮਰਜ਼ੀ ਏਡ ਆਈ ਜਾਵੇ, ਰਿਫਾਰਮਸ ਹੋ ਨਹੀਂ ਰਹੇ, ਪੋਪੂਲੇਸ਼ਨ ਪੜੀ ਨਹੀਂ ਹੋਈ। ਜਿਹੜਾ ਪਾਕਿਸਤਾਨ ਦੀ ਜਿਹੜੀ ਪਰ ਕੈਪੀਟਾ ਹੈ ਉਹ ਬੰਗਲਾਦੇਸ਼ ਇੰਡੀਆ ਦੋਨਾਂ ਨਾਲੋਂ ਕਿਤੇ ਘੱਟ ਹੈ। ਉਹਨਾਂ ਦੀ ਜਿਹੜੀ ਲਿਟਰੇਸੀ ਰੇਟ ਹੈ ਉਹ ਦੋਨਾਂ ਨਾਲੋਂ ਕਿਤੇ ਘੱਟ ਹੈ। ਇਕਨੋਮੀ ਦੇ ਵਿੱਚ ਕੁਝ ਜਿਹੜੇ 1960 ਦੇ ਵਿੱਚ ਡੈਮ ਬਣ ਗਏ, ਉਸ ਤੋਂ ਬਾਅਦ ਅੱਜ ਤੱਕ ਡੈਮ ਨਹੀਂ ਬਣੇ ਕਦੇ ਵੀ। ਉਸ ਤੋਂ ਬਾਅਦ ਜਿਹੜਾ ਆਰਮੀ ਜਿਹੜਾ ਉਹ ਆਪਣਾ ਪੈਸਾ ਮੰਗਦੀ ਹੈ, ਉਹ ਪਾਵਰ ਦੇ ਵਿੱਚ ਇੰਟਰਫੇਅਰ ਕਰਦੀ ਰਹਿੰਦੀ ਹੈ। ਹੁਣ ਚਾਹੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਵੀ ਹੋਵੇ, ਪਰ ਉਹ ਸਾਰਿਆਂ ਨੂੰ ਪਤਾ ਹੈ ਉਹ ਸਿਲੈਕਟਡ ਹੈ, ਉਹ ਹਾਈਬ੍ਰਿਡ ਰਜੀਮ ਕਿਹਾ ਜਾਂਦਾ ਹੈ। ਤੇ ਇਹ ਪਾਕਿਸਤਾਨ ਦੇ ਬਣਨ ਦੇ ਬਹੁਤ ਸਾਰੇ ਕੌਨਸੀਕੁਐਂਸਸ ਹੁੰਦੇ, ਕਿਉਂਕਿ ਇਹ ਇੱਕ ਸਟਰਕਚਰ ਸੀ। ਤਾਂ ਹੀ ਮੈਂ ਕਹਿੰਦਾ ਵੀ ਜੇ ਇਹ ਸਾਰਾ ਕੁਝ ਇਕੱਠਾ ਹੁੰਦਾ ਤੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ, ਕਿਉਂਕਿ ਵੀਕ ਸੈਂਟਰ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਵੀ ਚੱਲਣ ਲੱਗ ਜਾਣੀਆਂ ਸੀ। ਪ੍ਰਿੰਸਲੀ ਸਟੇਟਸ ਦਾ ਇੰਪੈਕਟ ਹੁੰਦਾ, ਫਿਰ ਆਰਮੀ ਕੰਟਰੋਲ 'ਚ ਹੁੰਦੀ ਤੇ ਬਹੁਤ ਹੀ ਵੀਕ ਨੇਸ਼ਨ ਬਣਦਾ। ਤੇ ਮੇਰੇ ਪਰਸਨਲ ਵਿਊ ਦੇ ਵਿੱਚ ਜਿਹੜਾ ਹੈਗਾ ਬਣ ਗਿਆ ਤੇ ਹੁਣ ਠੀਕ ਹੀ ਹੈ ਜਿਹੜਾ ਬਣ ਗਿਆ। ਉਸ ਦੇ ਨਾਲ ਪ੍ਰੋਗਰੈਸ ਹੋਣ ਦਾ ਇੰਡੀਆ ਦੇ ਵਿੱਚ ਬਹੁਤ ਸਾਰਾ ਮੌਕਾ ਮਿਲਿਆ ਲੇਟਲੀ। ਹਾਲਾਂਕਿ ਇੰਡੀਆ ਦੇ ਵਿੱਚ ਵੀ ਉਹ ਪਾਕਿਸਤਾਨ ਦੇ ਫੀਚਰਸ ਕਈ ਕਾਪੀ ਹੋਣ ਲੱਗ ਗਏ ਹੈ ਤੇ ਉਹਦਾ ਇੰਡੀਆ ਦੇ ਉੱਤੇ ਖਤਰਾ ਹੈ, ਪਰ ਹਾਲੇ ਤੱਕ ਇੰਡੀਆ ਨੇ ਆਪਣੇ ਇਸ ਚੀਜ਼ ਨੂੰ ਦੂਰ ਰੱਖ ਕੇ ਬਹੁਤ ਸਾਰਾ ਫਾਇਦਾ ਹੀ ਮਿਲਿਆ ਇੰਡੀਆ ਨੂੰ ਜਿਹੜਾ। ਤੇ ਇਹੀ ਮੈਂ ਕਹੂੰਗਾ ਵੀ ਪਾਰਟੀਸ਼ਨ ਦਾ ਇੰਪੈਕਟ ਸੀਗਾ। ਤੇ ਤੇਰੇ ਲਾਸਟ ਦੇ ਵਿੱਚ ਤੁਸੀਂ ਜੇ ਕੁਝ ਕਹਿਣਾ ਚਾਹੋਗੇ ਤਾਂ। ਵਿਊਅਰਸ ਮੈਂ ਇੱਥੇ ਸਿਰਫ ਛੋਟੇ 2 ਪੁਆਇੰਟ ਦੱਸੂਗਾ ਕਿ ਮੇਜਰ ਦੋਨੇ ਕੰਟਰੀਆਂ ਦੇ ਵਿੱਚ ਕੀ ਫਰਕ ਹੈ।
ਸਾਈਜ਼ ਜਾਂ ਪਾਪੂਲੇਸ਼ਨ ਜਾਂ ਧਰਮ ਦੀ ਮੈਂ ਗੱਲ ਨਹੀਂ ਕਰਦਾ। 47 ਦੇ ਵਿੱਚ ਸਾਨੂੰ ਮੈਂ ਕਹੂੰਗਾ ਵੀ ਇਹ ਕੁਦਰਤ ਦਾ ਵਰਦਾਨ ਸੀ ਕਿ ਸਾਨੂੰ ਕਾਂਗਰਸ ਦੇ ਇੰਨੇ ਅੱਛੇ ਲੀਡਰ ਮਿਲੇ, ਜਿਨ੍ਹਾਂ ਨੇ, ਜੇ ਤੁਸੀਂ ਪਿੱਛੇ ਜਾ ਕੇ ਆਪਣੀ ਨਿਗਾਹ ਮਾਰੋ ਤਾਂ 5 ਈਅਰ ਪਲਾਨ ਦਿੱਤੇ, ਔਰ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਜੇ ਕਿਸੇ ਨੇਸ਼ਨ ਨੇ ਤਰੱਕੀ ਕਰਨੀ ਆ ਤਾਂ 4-5 ਚੀਜ਼ਾਂ ਇੰਪੋਰਟੈਂਟ। ਸਾਰਿਆਂ ਤੋਂ ਪਹਿਲਾਂ ਤੁਹਾਨੂੰ ਪਾਵਰ ਮਿਲਣੀ ਚਾਹੀਦੀ ਆ, ਇਸ ਕਰਕੇ ਉਹਨਾਂ ਨੇ ਬੜੇ ਬੜੇ ਡੈਮ ਬਣਾਏ, ਜਿਵੇਂ ਭਾਖੜਾ ਡੈਮ, ਹੀਰਾਕੁੰਡ ਤੇ ਹੋਰ ਕਿੰਨੇ ਹੀ ਇੰਡੀਆ ਦੇ ਵਿੱਚ ਡੈਮ ਬਣੇ। ਫਿਰ ਤੁਹਾਨੂੰ ਆਮ ਰੂਰਲ ਪਾਪੂਲੇਸ਼ਨ ਨੂੰ ਰੋਟੀ ਖਿਲਾਉਣ ਲਈ ਇਰੀਗੇਸ਼ਨ ਸਿਸਟਮ, ਕਿੰਨੀਆਂ ਨਹਿਰਾਂ ਕੱਢੀਆਂ ਗਈਆਂ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਦਾ ਜਾਲ ਵਿਛਿਆ ਤੇ ਇਰੀਗੇਸ਼ਨ ਸਿਸਟਮ ਮੈਕਨਾਈਜ਼ ਹੋਏ ਤੇ ਇੰਪਰੂਵ ਹੋਏ। ਤੀਸਰੀ ਚੀਜ਼, ਉਹਨਾਂ ਨੇ ਕੰਟਰੀਆਂ ਦੇ ਵਿੱਚ ਜਾ ਜਾ ਕੇ ਅਲੱਗ-ਅਲੱਗ ਕੰਟਰੀਆਂ ਦੀਆਂ ਮਿਹਨਤਾਂ ਕਰ ਕਰਕੇ ਸਟੀਲ ਪਲਾਂਟ ਲਗਾਏ। ਸਟੀਲ ਪਲਾਂਟ ਜਿਵੇਂ ਭਲਾਈ, ਟਾਟਾ ਤੇ ਦੁਰਗਾਪੁਰ, ਇਹਨਾਂ ਨੇ, ਉਹਨਾਂ ਨੂੰ ਪਤਾ ਸੀ ਕਿ ਸਟੀਲ ਚਾਹੀਦਾ ਪ੍ਰੋਗਰੈਸ ਕਰਨ ਲਈ, ਇਹ ਚੀਜ਼ ਦਾ ਬਹੁਤ ਬੜਾ ਇੰਪੈਕਟ ਹੋਇਆ। ਫਿਰ ਐਜੂਕੇਸ਼ਨ ਤੇ ਮੈਡੀਕਲ ਐਜੂਕੇਸ਼ਨ ਸਿਸਟਮ ਜੋ ਕਿ ਉਸ ਗਵਰਨਮੈਂਟ ਨੇ ਪਹਿਲੀ ਵਾਰ ਖੜੇ ਕਰੇ, ਜਿਵੇਂ IITs, IIM ਜਾਂ ਏਮਸ ਦਿੱਲੀ ਦਾ ਜੋ ਮੈਡੀਕਲ ਕਾਲਜ ਆ, ਕਈ PGI ਬਣਾਏ ਤੇ ਹੋਰ ਕਈ ਇਹੋ ਜਿਹੀ ਯੂਨੀਵਰਸਿਟੀਆਂ ਪੈਦਾ ਕਰੀਆਂ, ਜਿਵੇਂ ਐਗਰੀਕਲਚਰ ਦੀਆਂ ਯੂਨੀਵਰਸਿਟੀਆਂ। ਉਸ ਨਹਿਰੂ ਦੇ ਸਮੇਂ ਦੇ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਇੰਪੈਕਟ ਆ ਦੇਸ਼ ਨੂੰ ਬਹੁਤ ਅੱਗੇ ਲੈ ਗਿਆ। ਤੇ ਵਿਊਜ਼ ਲਾਸਟ ਦੇ ਵਿੱਚ ਮੈਂ ਇੱਕੋ ਗੱਲ ਕਹੂੰਗਾ ਕਿ ਇੰਡੀਆ ਦੀ ਬੜੀ ਮੈਚਿਓਰ ਡੈਮੋਕ੍ਰੇਸੀ ਆ, ਤੇ ਇੰਡੀਆ ਦੇ ਜਿਹੜੇ ਉਸ ਵੇਲੇ ਜਨਰਲ ਸੀਗੇ ਆਰਮੀ ਦੇ, ਉਹ ਮੇਰਾ ਖਿਆਲ ਨਾਲ ਪੋਲੀਟੀਸ਼ੀਅਨਾਂ ਨਾਲੋਂ ਵੀ ਜ਼ਿਆਦਾ ਸੈਕੂਲਰ ਸੀਗੇ। ਤੇ ਕਿਸੇ ਵੇਲੇ ਵੀ ਤੁਸੀਂ ਪੁਰਾਣੇ ਫੀਲਡ ਮਾਰਸ਼ਲ ਮਾਨਕਸ਼ਾ ਜਾਂ ਫੀਲਡ ਮਾਰਸ਼ਲ ਕਰਿਅੱਪਾ ਜਾਂ ਹੋਰ ਕਿਸੇ ਵੀ ਪੁਰਾਣੇ ਸੀਨੀਅਰ ਜਨਰਲਸ ਨੂੰ ਸੁਣੋ ਤਾਂ ਉਹ ਕਿਤੇ ਵੀ ਉਹਨਾਂ ਦੇ ਵਿੱਚੋਂ ਇਹ ਬਦਬੂ ਨਹੀਂ ਆਉਂਦੀ ਕਿ ਉਹ ਸਾਡੇ ਕਨਸਟੀਟਿਊਸ਼ਨ ਨੂੰ ਜਾਂ ਸਾਡੇ ਪੋਲੀਟੀਸ਼ੀਅਨ ਨੂੰ ਕਿਸੇ ਵਕਤ ਵੀ ਉਹ ਢਾਹ ਲਾਉਣਗੇ। ਉਹ ਬਲਕਿ ਇਸ ਦੇਸ਼ ਨੂੰ ਇਕੱਠਾ ਰੱਖਣ ਦੇ ਲਈ ਹਮੇਸ਼ਾ ਇਹਦੀ ਬੈਕਬੋਨ ਬਣੇ। ਤੇ ਇਸ ਦੇ ਉਲਟ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਆ ਕਿ ਜਨਰਲ ਮੂਸਾ ਤੇ ਜਨਰਲ ਕਰਾਮਤ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਕਦੇ ਵੀ ਉੱਥੇ ਕਿਸੇ ਲੈਵਲ ਦੇ ਉੱਤੇ ਸਾਹਮਣੇ ਆਈ ਆ। ਤਾਂ ਵਿਊਅਰਸ, ਮੈਂ ਐਂਡ ਦੇ ਵਿੱਚ ਇਹੀ ਕਹੂੰਗਾ ਕਿ ਮੈਂ ਸਾਰੇ ਆਮ ਕਾਮਨਰ ਲੋਕਾਂ ਦੀ ਇਹ ਗਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਬਹੁਤ ਸਾਰੇ ਪ੍ਰੋਪੋਗੰਡਾ, ਐਂਟੀ ਪ੍ਰੋਪੋਗੰਡਾ ਚੱਲਦੇ ਰਹਿੰਦੇ ਨੇ। ਇਹ ਜਿਹੜਾ ਕੁਝ ਵੀ ਅਸੀਂ ਬੋਲਿਆ, ਇਹ ਬਿਲਕੁਲ ਕਿਤਾਬਾਂ ਦੇ ਵਿੱਚੋਂ ਜਾਂ ਆਰਟੀਕਲ ਦੇ ਵਿੱਚੋਂ ਵਿਊ ਲੈ ਕੇ ਬੋਲਿਆ। ਸਾਡੇ ਜਿੱਥੇ ਵੀ ਅਸੀਂ ਆਪਣਾ ਵਿਊ ਦਿੱਤਾ, ਉੱਥੇ ਪਹਿਲਾਂ ਬੋਲਿਆ ਕਿ ਸਾਡੇ ਇਸ ਦੇ ਮੁਤਾਬਕ ਇਹ ਵਿਊ ਨੇ, ਤੇ ਹਿੰਦੁਸਤਾਨ ਅਸੀਂ ਚਾਹੁੰਦੇ ਆ ਕਿ ਅੱਛਾ ਪਾਕਿਸਤਾਨ ਬਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਪ੍ਰੋਗਰੈਸ ਕਰਨ ਤੇ ਕੋਈ ਇਹੋ ਜਿਹਾ ਲੀਡਰ ਪੈਦਾ ਹੋਵੇ ਜਿਹੜਾ ਇਹਨਾਂ ਨੂੰ ਯੂਨਾਈਟ ਕਰ ਸਕੇ ਤੇ ਅੱਗੇ ਲਿਜਾ ਸਕੇ, ਤਾਂ ਕਿ ਦੋਨੇ ਦੇਸ਼ ਆਉਣ ਵਾਲੇ ਸਮਿਆਂ 'ਚ ਆਪਣੀ ਖੁਸ਼ਹਾਲੀ ਔਰ ਆਜ਼ਾਦੀ ਮੰਨਣ। ਆਖਰ ਦੇ ਵਿੱਚ ਮੈਂ ਇਹੀ ਕਹੂੰਗਾ, ਵਿਊਜ਼, ਖੁਸ਼ਾਮਦੀਨ, ਸਤਿ ਸ੍ਰੀ ਅਕਾਲ ਤੇ ਜੈ ਹਿੰਦ।